नेक्स्ट टॉपिक पहले एक बार बाइनोमियल थ्योरम शुरू करने लगे। बाइनोमियल थ्योरम नु ਆਪਾਂ ਜੇ ਡਿਫਾਈਨ ਕਰੀਏ ਨਾ ਤੇ ਇੱਕ ਮੈਥਮੈਟਿਕਲ ਐਕਸਪੈਂਸ਼ਨ ਨੂੰ ਅਸੀਂ ਨਾਮ ਦਿੰਦੇ ਬਾइनोमियल ਥਿਓਰਮ। ਉਹਦੇ ਅਕੋਰਡਿੰਗਲੀ ਇੱਕ ਕੰਡੀਸ਼ਨ ਆ, ਕੰਡੀਸ਼ਨ ਇਹ ਹੋਏਗੀ ਕਿ ਕੋਈ ਵੀ ਇਕੁਏਸ਼ਨ ਆਪਣੇ ਕੋਲ ਇਸ ਫਾਰਮੈਟ ਚ ਹੋਵੇ ਕਿ 1 x ਪਾਵਰ n, ठीक है, ਤੇ ਇਸ ਟਰਮ ਨੂੰ ਤੁਸੀਂ ਐਕਸਪੈਂਡ ਕਰਕੇ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ ਤੇ ਉਹਦੇ ਵਿੱਚ ਅਸੀਂ ਡਿਫਾਈਨ ਕਰਨਾ ਹੈ ਕਿ ਇਸ ਟਰਮ ਨੂੰ ਅਸੀਂ ਡਿਫਾਈਨ ਕਰਦੇ ਹਾਂ 1 n x 1 n x ਓਵਰ ਇੱਥੇ ਇੱਕ ਸਾਈਨ ਪਾ ਰਿਹਾ, ਇਹਨੂੰ ਨਾਮ ਦਵਾਂਗਾ 1 ਫੈਕਟੋਰੀਅਲ। वर्ड एक्सप्लेन करांगा हुनी। अगली टर्म लिखा ते टर्म आ जाएगी n into n minus 1 over 2 factorial into x square, n into n minus 1 into n minus 2 over 3 factorial into x cube and so on। सब तो पहला वर्ड फैक्टोरियल वर्ड समझ लियो, ਅਸੀਂ ਇੱਕ वर्ड यूज करते हैं फैक्टोरियल। कहना मतलब फैक्टोरियल किनु कहते हैं ते फैक्टोरियल बेसिकली ਤੁਹਾਡੇ गिवन नंबर तो लेके ठीक है जी 1 तक रिवर्स मल्टीप्लिकेशन दी शॉर्टकट नाम जेड़ा होएगा उन सी फैक्टोरियल कहते हैं। जस्ट एग्जांपल देने आ, जे मैं कह रहा हूं 3 फैक्टोरियल, फैक्टोरियल दे साइन नु शो करन दे दो मेथड होंगे। इस L सिंबल दे अंदर 3 दिखाता या आपा 3 पाके ਉਹਦੇ ਮਗਰ ਸਾਈਨ ਆਫ ਐਕਸਕਲੇਮੇਸ਼ਨ ਪਾ ਦਈਏ ਤੇ ਇਹ ਵੀ ਫੈਕਟੋਰੀਅਲ ਦਾ ਸਾਈਨ ਆ। ਤੇ ਇਹ ਦੋਨੋਂ ਤੇ ਦੋਨੋਂ ਚੀਜ਼ਾਂ ਡਿਫਾਈਨ ਕਿਨੂੰ ਕਰਦੇ ਕਿ ਵੀ ਤੁਸੀਂ ਗਿਵਨ ਨੰਬਰ ਤੋਂ ਲੈ ਕੇ 1 ਤੱਕ ਰਿਵਰਸ ਮਲਟੀਪਲੀਕੇਸ਼ਨ ਕਰ ਲਓ, ਠੀਕ ਹੈ। ਜੋ ਵੈਲਿਊ ਬਣਦੀ ਇਸ ਸਾਰੀ ਟਰਮ ਨੂੰ ਕੰਬਾਈਨਡ ਵੇ ਨਾਲ ਅਸੀਂ ਫੈਕਟੋਰੀਅਲ ਸਾਈਨ ਨਾਲ ਲਿਖ ਰਹੇ। ਮੰਨ ਲਓ ਮੇਰੇ ਕੋਲ ਫੈਕਟੋਰੀਅਲ 5 ਹੋਵੇ ਤੇ 5 ਫੈਕਟੋਰੀਅਲ ਦਾ ਮਤਲਬ ਆ 5 into 4 into 3 into 2 into 1, यानी एनी एक्सपेंडेड टर्म नु शॉर्ट च लिखन दा मेथड फैक्टोरियल साइन है। क्या फैक्टोरियल वर्ड दा मतलब समझ लग गया? यस सर, यस सर। उस तो बाद आगे चलिए, कहना मतलब एज सच जदों फैक्टोरियल नु ਅਸੀਂ ਇੱਥੇ ਯੂਜ਼ ਕਰਦੇ ਹਾਂ, ਕਹਿੰਦਾ ਜੀ ਜੇ 1 x ਪਾਵਰ n ਕਰਕੇ ਕੋਈ ਟਰਮ ਹੋਵੇ ਇਹਨੂੰ ਮੈਂ ਐਕਸਪੈਂਡਡ ਫਾਰਮ ਚ ਲਿਖਣਾ ਹੋਵੇ ਤੇ ਇਹਦਾ ਮੈਥਡ ਹੁੰਦਾ ਕਿ ਇਸ n ਨੂੰ ਇਸ x ਨਾਲ ਮਲਟੀਪਲਾਈ ਕਰਨਾ ਸ਼ੁਰੂ ਕਰਾਂਗੇ। पहली टर्म मेरी 1 आ गई, अगली टर्म मेरे ਉਹਦੇ ਵਿੱਚ ਕੀ ਆ ਜਾਏਗਾ n ने x ਨਾਲ ਮਲਟੀਪਲਾਈ ਹੋਣਾ, ਠੀਕ ਹੈ। ਤੇ ਜਿੰਨੀ x ਦੀ ਪਾਵਰ ਆ ਉਹਨੇ ਨੰਬਰ ਦੇ ਫੈਕਟੋਰੀਅਲ ਦੇ ਨਾਲ ਇਹਨੂੰ ਅਸੀਂ ਡਿਵਾਈਡ ਕਰ ਦੇ। ਮੈਥ ਵਿੱਚ ਇਹਦਾ ਪ੍ਰੂਫ ਆਣਾ ਆਪਾਂ ਨੂੰ ਪ੍ਰੂਫ ਨਹੀਂ ਚਾਹੀਦਾ, ਆਪਾਂ ਨੂੰ ਬਹੁਤ ਇਹਦਾ ਛੋਟਾ ਜਿਹਾ ਪਾਰਟ ਚਾਹੀਦਾ ਬਾਅਦ ਚ। ਪਹਿਲੇ ਇਹਨਾਂ ਸਮਝ ਲਿਓ, ਬਾਅਦ ਚ ਜਿੰਨੀ ਫਿਜ਼ਿਕਸ ਦੇ ਵਿੱਚ ਬਾਇਨੋਮੀਅਲ ਥਿਓਰਮ ਲੱਗਣੀ ਉਹਦੀ ਗੱਲ ਜੋੜਾਂਗੇ। अगली टर्म जब लिखनी शुरू करांगे कुछ की करांगे n दे विचों एक वैल्यू माइनस करी चलो ते x दी पावर एक इंक्रीज करी चलो। जे मेरी n की पावर इथे n लवा, इथे n इनटू अगली टर्म मेरी n -1 आई, n चो एक माइनस कर लो ते x दी एक पावर इंक्रीज कर दो ते जिन्नी x दी पावर आ यानी जिन्नियां आ नंबर ऑफ टर्म्स बनियां ओने दा फैक्टोरियल लगदा जाए। अगली टर्म ਉਹਦੇ ਚ ਮੇਰੇ ਕੋਲ ਕੀ ਆ ਜੋ ਪਿਛਲੀਆਂ ਦੋਨੋਂ ਟਰਮ ਵੀ ਰਹਿਣਗੀਆਂ ਤੇ n ਦੇ ਵਿੱਚੋਂ n-1 ਚੋਂ ਇੱਕ ਹੋਰ ਮਾਈਨਸ ਕਰ ਲਓ। ਨੈਕਸਟ ਟਰਮ n-2, ਟੋਟਲ ਨੰਬਰ ਆਫ ਟਰਮ 3 ਹੋ ਗਈਆਂ ਓਵਰ 3 ਫੈਕਟੋਰੀਅਲ ਤੇ ਇਨਟੂ x ਦੀ ਪਾਵਰ 1 ਵਧਾਉਂਦੇ ਚਲੇ। ਇਸ ਵੇ ਨਾਲ ਆਪਾਂ ਜਦੋਂ ਟਰਮਸ ਡਿਫਾਈਨ ਕਰਦੇ ਜਾਂਦੇ ਤਾਂ ਅਸੀਂ ਕਹਿੰਦੇ ਜੀ ਅਸੀਂ ਇਸ ਟਰਮ ਨੂੰ ਐਕਸਪੈਂਡ ਕਰਦੇ ਨੇ। क्या इतनी गल क्लियर? यस सर, यस सर। ਹੁਣ ਪੁੱਤ ਜਦੋਂ ਆਪਾਂ ਫਿਜ਼ਿਕਸ ਦੇ ਵਿੱਚ ਬਾਇਨੋਮੀਅਲ ਥਿਓਰਮ ਲਗਾਣੀ ਹੈ ਨਾ ਉਹਦੇ ਲਈ ਕੰਡੀਸ਼ਨ ਦੱਸਣ ਲੱਗਿਆ। ਫਿਜ਼ਿਕਸ ਦੇ ਅੰਦਰ ਜਦੋਂ ਬਾਇਨੋਮੀਅਲ ਥਿਓਰਮ ਯੂਜ਼ ਹੋਏਗੀ, ਫਿਜ਼ਿਕਸ ਦੇ ਅੰਦਰ ਜਦੋਂ ਬਾਇਨੋਮੀਅਲ ਥਿਓਰਮ ਯੂਜ਼ ਹੋਣੀ ਆ ਤੇ ਪੁੱਤ ਉਹਦੇ ਲਈ ਪਹਿਲੀ ਕੰਡੀਸ਼ਨ ਇਹ ਹੁੰਦੀ ਆ ਕਿ ਆ x ਦੀ ਵੈਲਿਊ ਲੈਸ ਦੈਨ 1 ਹੋਵੇ। x ਦੀ ਵੈਲਿਊ ਲੈਸ ਦੈਨ 1 ਹੋਵੇ then we apply the binomial theorem, ठीक है। दूसरी गल
जे x ਦੀ ਵੈਲਿਊ 1 ਤੋਂ ਸਮਾਲਰ ਹੋਏਗੀ ਤੇ ਜਦੋਂ ਮੈਂ x ਦੀ ਐਸ ਚ ਹਾਇਰ ਪਾਵਰ ਲਵਾਂਗਾ, ਜੇ x ਆਪਣੇ ਆਪ ਚ ਸਮਾਲ ਹੋਏਗਾ ਤੇ x ਸਕੁਅਰ x ਕਿਊਬ x ਦੀਆਂ ਹਾਇਰ ਪਾਵਰ ਇਹ ਟਰਮ ਬਹੁਤ ਜ਼ਿਆਦਾ ਸਮਾਲਰ ਹੁੰਦੀਆਂ ਜਾਣ। ਜਸਟ ਐਗਜ਼ਾਮਪਲ ਇਹਦਾ ਦੇ ਰਿਹਾ ਕਿ ਜੇ x ਦੀ ਵੈਲਿਊ 0.1 ਹੋਵੇ ਤੇ ਅਗਲੀ ਟਰਮ ਚ x ਦਾ ਸਕੁਅਰ एक मिनट होल्ड करियो। Yes. सो एज सच जे x ਦੀ ਵੈਲਿਊ ਮੰਨ ਲਓ ਮੇਰੇ ਕੋਲ ਅਸੀਂ ਕਿ 1 ਤੋਂ ਛੋਟੀ ਆ, 1 ਤੋਂ ਛੋਟੀ ਮੰਨ ਲਓ 0.1 ਆ ਤੇ ਪੁੱਤ ਅਗਲੀ ਟਰਮ ਚ x ਦਾ ਸਕੁਅਰ ਆ ਤੇ ਜੇ x ਦਾ ਸਕੁਅਰ ਕਰਾਂਗਾ ਤੇ ਇਹ ਟਰਮ ਮੇਰੀ 0.01 ਹੋਗੀ, ਇਸ ਤੋਂ ਵੀ ਛੋਟੀ ਹੋਗੀ, ਕਿਊਬ ਕਰੂੰਗਾ ਹੋਰ ਛੋਟੀ ਹੋਗੀ। ਇਹਦਾ ਮਤਲਬ ਇਹ ਹੋ ਗਿਆ ਕਿ ਜੇ x ਦੀ ਵੈਲਿਊ ਆਪਣੇ ਆਪ ਚ ਸਮਾਲਰ ਆ ਤੇ ਇਹਦੀਆਂ ਹਾਇਰ ਪਾਵਰ ਜਿਹੜੀਆਂ ਨੇ they can be neglected as compared to the first power of x। यानी x ਦੇ ਕੰਪੈਰੀਟਿਵਲੀ ਇਹਦਾ ਸਕੁਅਰ ਇਹਦਾ ਕਿਊਬ ਇਹ ਬਹੁਤ ਛੋਟੀਆਂ ਟਰਮਸ ਨੇ ਤੇ ਫਿਰ ਅਸੀਂ ਜਦੋਂ ਫਿਜ਼ਿਕਸ ਦੇ ਵਿੱਚ ਇਹਨੂੰ ਯੂਜ਼ ਕਰਨਾ ਤੇ ਅਸੀਂ ਹਾਇਰ ਪਾਵਰ ਨਿਗਲੈਕਟ ਕਰਕੇ ਬਾਇਨੋਮੀਅਲ ਥਿਓਰਮ ਜਿਹੜੀ ਹੋਏਗੀ it can just to be written as 1 plus x power n equal to 1 plus nx। क्योंकि 1 ਦਾ ਫੈਕਟੋਰੀਅਲ 1 ਹੀ ਰਹਿ ਜਾਣਾ, x ਦੀ ਪਾਵਰ 1 ਆ ਯਾਨੀ ਉਹ x ਰਹਿ ਜਾਣਾ। ਇਹ ਮਤਲਬ 1 plus x ਦੀ ਪਾਵਰ n ਨੂੰ ਤੁਸੀਂ ਬਾਇਨੋਮੀਅਲ ਥਿਓਰਮ ਨਾਲ ਐਕਸਪੈਂਡ ਕਰਕੇ 1 plus nx ਲਿਖ ਸਕਦੇ ਹੋ। ਇੰਨੀ ਗੱਲ ਸਮਝ ਲੱਗੀ? Yes sir. ਹੁਣ ਜੇ ਇਹਦੀ ਜਗ੍ਹਾ ਤੇ ਟਰਮ ਇਦਾਂ ਹੋਵੇ 1 plus x ਪਾਵਰ -n ਹਨਾ ਤੇ ਇਹਦਾ ਰਿਜ਼ਲਟ 1 nx ਆ ਜਾਏਗਾ। ਜੇ ਮੇਰੇ ਕੋਲ 1 x ਪਾਵਰ -n ਹੋਵੇ ਮਾਈਨਸ ਮਾਈਨਸ ਪਲੱਸ ਹੋ ਕੇ ਇਹਦੀ ਵੈਲਿਊ 1 nx ਆ ਜਾਏਗੀ। ਜੇ ਮੇਰੇ ਕੋਲ 1 x ਦੀ ਪਾਵਰ n ਹੋਵੇ ਇਹਦਾ ਰਿਜ਼ਲਟ 1 nx। मतलब ये होया फिजिक्स के अंदर जदों भी बाइनोमियल थ्योरम यूज करांगे जे इस थां ते लिखी वाली टर्म 1 तो छोटी हुई हमेशा n ने इस टर्म के नाल आके मल्टीप्लाई हो जाना तो साडी ये टर्म एक्सपेंड करके इस फॉर्मेट च रह जाएगी। इतनी गल समझ लगी बच्चे? Yes sir. Yes sir. करा कंटिन्यू जे इतनी गल समझ लगी है ते? Yes sir. Yes sir. Yes sir. चलो एक सेकंड होल्ड कर लो। हाँ जी ਹੁਣ ਆਪਾਂ ਇਹਨੂੰ ਆਪਣੇ ਟੌਪਿਕ ਚ ਕਿੱਥੇ ਯੂਜ਼ ਕਰਨਾ ਉਹ ਸਮਝ ਲਿਓ ਜਦੋਂ ਉਸ ਵਰਡ ਤੇ ਆਵਾਂਗਾ। ਲਾਸਟ ਆਪਣੇ ਕੋਲ ਜਿਹੜਾ ਪਾਰਟ ਸੀਗਾ ਟੌਪਿਕ ਕਰਦਾ ਪਿਆ ਸੀ ਪ੍ਰੋਪੇਗੇਸ਼ਨ ਆਫ ਐਰਰ ਡਿਊਰਿੰਗ ਡਿਵੀਜ਼ਨ ਆਫ ਟੂ ਕੁਆਂਟੀਟੀ। ਇਹਦੀ ਨੈਕਸਟ ਪੋਰਸ਼ਨ ਆਪਣੇ ਕੋਲ ਹੈਗਾ ਪ੍ਰੋਪੇਗੇਸ਼ਨ ਆਫ ਐਰਰ ਡਿਊਰਿੰਗ division of two quantities। वेरिएबल सेम रखांगा जी जेडे ਆਪਾਂ ਅੱਗੇ ਲਿਖਦੇ ਸੀਗੇ z ਮੰਨ ਲਓ ਮੇਰੇ ਕੋਲ ਰਿਜ਼ਲਟੈਂਟ ਮੇਜ਼ਰਮੈਂਟ ਸੀਗੀ ਤੇ a ਤੇ b ਮੇਰੀਆਂ ਦੋ ਮੇਜ਼ਰਮੈਂਟ ਆ ਜਿਹਨੂੰ ਡਿਵਾਈਡ ਕਰਕੇ ਅਸੀਂ ਕਹਿੰਦੇ ਰਿਜ਼ਲਟ z ਆ ਰਿਹਾ ਤੇ ਆਪਾਂ ਕਹਿੰਦੇ ਸੀ ਜੇ a ਔਰ b ਦੋਨਾਂ ਕੁਆਂਟੀਟੀ 'ਚ ਐਰਰ ਆ ਹਨਾ ਤੇ ਇਨ ਦੈਟ ਕੇਸ z 'ਚ ਵੀ ਐਰਰ ਹੋਏਗੀ ਤੇ ਬੇਟਾ ਆਪਾਂ ਨੈਕਸਟ ਲਾਈਨ 'ਚ ਲਿਖਿਆ ਸੀ ਜੇ z + z ਡਿਫਾਈਨ ਕਰਾਂ ਤੇ ਆਪਣੇ ਕੋਲ ਆ ਗਿਆ a + ਡੈਲਟਾ a ਓਵਰ b + ਡੈਲਟਾ b। क्या इतनी गल समझ आई? Yes sir. Yes sir. चलो हुन इनु पुत जे मैं पिछले टॉपिक नाल ही कोरिलेट करके चला ते ਆਪਾਂ पिछले टॉपिक च किया सीगा कि ਜਦੋਂ ਦੋ ਕੁਆਂਟੀਟੀ ਮਲਟੀਪਲਾਈ ਕਰਨੇ ਤੇ ਹੁਣ ਅਗਲੇ ਵਰਡੇ ਪਾ ਰਹੇ ਹਾਂ ਜਦੋਂ ਦੋ ਕੁਆਂਟੀਟੀ ਡਿਵਾਈਡ ਕਰਾਂਗੇ ਐਰਰ ਸਿੰਪਲ ਐਡੀਸ਼ਨ ਚ ਨਹੀਂ ਆਂਦੀ ਸਾਨੂੰ ਐਰਰ ਦੀ ਰਿਲੇਟਿਵ ਫਾਰਮ ਚਾਹੀਦੀ ਹੈ। ठीक है मतलब जो बोल रहे हैं फिर रिपीट कर रहे हैं कि ਜਦੋਂ ਵੀ ਦੋ ਕੁਆਂਟੀਟੀ ਮਲਟੀਪਲਾਈ ਜਾਂ ਡਿਵਾਈਡ ਹੁੰਦੀਆਂ ਤੇ ਉਹਨਾਂ ਦੀ ਰਿਲੇਟਿਵ ਐਰਰ ਨੂੰ ਸੋਲਵ ਕਰਨਾ ਪੈਂਦਾ ਤੇ ਰਿਲੇਟਿਵ ਐਰਰ ਅਸੀਂ ਨਾਮ ਦਿੱਤਾ ਸੀ ਐਰਰ ਡਿਵਾਈਡਡ ਬਾਈ ਮੀਨ ਵੈਲਿਊ ਤੇ ਇਹਨੂੰ ਡਿਵਾਈਡਡ ਬਾਈ ਮੀਨ ਵੈਲਿਊ ਬਣਾਉਣ ਵਾਸਤੇ ਆਪਾਂ ਇਹ ਕਹਿ ਰਹੇ ਹਾਂ ਇਹਨੂੰ z ਨਾਲ ਮਲਟੀਪਲਾਈ ਕਰ ਲਓ
ਇਹਨੂੰ z ਆਪਾਂ ਚਲੋ ਨੈਕਸਟ ਲਾਈਨ ਚ ਲਿਖ ਰਹੇ ਇਹਨੂੰ z ਨਾਲ ਮਲਟੀਪਲਾਈ ਕਰ ਲਓ ਔਰ z ਨਾਲ ਡਿਵਾਈਡ ਕਰ ਲਓ ਨਿਊਮੀਨੇਟਰ ਨੂੰ ਐਸਾ ਜ ਆਪਾਂ ਲਿਖਣਾ ਇਹਨੂੰ a ਨਾਲ ਮਲਟੀਪਲਾਈ ਕਰ ਲਓ ਤੇ a ਨਾਲ ਡਿਵਾਈਡ ਕਰ ਲਓ डिनोमिनेटर ਨੂੰ ਐਕਸਪ੍ਰੈਸ ਕਰਨਾ b ਨਾਲ ਮਲਟੀਪਲਾਈ ਕਰ ਲਓ ਤੇ b ਨਾਲ ਡਿਵਾਈਡ ਕਰ ਲਓ ਠੀਕ ਹੈ ਜੀ ਦੂਜੇ ਪਾਸੇ ਆ a ਓਵਰ b ਮੇਰਾ ਜਿਹੜਾ ਇਹ z ਬਣ ਜਾਊ Yes, sir. Yes, sir. a ਓਵਰ b ਨੂੰ ਇਸ a ਓਵਰ b ਨੂੰ ਆਪਾਂ z ਨਾਲ ਕਟਿੰਗ ਚ ਲੈ ਜਾਂਦੇ ਬਾਕੀ ਟਰਮ ਨੂੰ ਰਿਲੇਟਿਵ ਫਾਰਮ ਦੇਣੀ ਸ਼ੁਰੂ ਕਰੋ z ਇਕੁਅਲੀ ਇਹਦੇ ਔਰ ਇਕੁਅਲੀ ਇਹਦੇ ਨੀਚੇ ਆਪਣੇ ਕੋਲ ਟਰਮ ਬਣ ਗਈ 1 ਪਲੱਸ ਮਾਈਨਸ डेल्टा z by z इक्वल टू इथे मेरे को आ जाएगा 1 प्लस माइनस डेल्टा a by a ते ओवर अपने को आ जाएगा 1 प्लस माइनस डेल्टा b by b क्या स्टेप क्लियर है Yes, sir. Yes, sir. Yes, sir. ਅਗਲੀ ਪਾਵਰ ਜਿਹੜੀ ਇਹ ਟਰਮ ਨੀਚੇ ਆ ਡਿਨੋਮੀਨੇਟਰ ਜਿਹਨੂੰ ਨਿਊਮੀਨੇਟਰ ਚ ਲੈ ਜਾਵਾਂ ਇਹਦਾ ਸਾਈਨ ਪਾਵਰ ਦਾ ਚੇਂਜ ਹੋ ਜਾਏਗਾ ਆਪਾਂ ਇਹਨੂੰ ਇਹਦਾ ਲਿਖ ਦਿੰਦੇ 1 plus minus delta a by a into 1 plus minus delta b by b power minus 1 क्या क्लियर Yes, sir. ਹੁਣ ਸਮਝੋ ਆਪਾਂ ਨੂੰ ਬਾਇਨੋਮੀਅਲ ਦੀ ਲੋੜ ਪੈਣ ਲੱਗੀ ਹੈ ਇਹਦਾ ਮਤਲਬ ਇੱਥੇ ਪਾਵਰ ਜਿਹੜੀ ਆ ਗਈ ਹੁਣ ਇਹ ਐਸ ਸੱਚ ਸੋਲਵ ਨਹੀਂ ਹੋ ਸਕਦੀ ਜਦੋਂ ਵੀ ਮੇਰੇ ਕੋਲ ਕੋਈ ਟਰਮ ਗਿਵਨ ਹੋਵੇ ਜਿਹਦੀ ਪਾਵਰ ਕੰਪਲੈਕਸ ਹੁੰਦੀ ਜਾਵੇ ਉਹਨੂੰ ਸੋਲਵ ਕਰਨ ਦਾ ਇੱਕ ਮੈਥਡ ਅਸੀਂ ਕਹਿ ਸਕਦੇ ਕਿ ਬਾਇਨੋਮੀਅਲ ਥਿਓਰਮ ਦਾ ਯੂਜ਼ ਆ ਸਕਦਾ ਉੱਤੇ ਹੁਣ ਇੱਥੇ ਜਿਹੜੀ ਟਰਮ ਬਣਦੀ ਪਈ ਆ ਵਾਲੀ ਇਸ ਟਰਮ ਦੇ ਅੰਦਰ ਜੇ ਇਹਨੂੰ ਮੈਂ ਐਸ ਸੱਚ ਬਾਇਨੋਮੀਅਲ ਦੀ ਸਟੈਂਡਰਡ ਟਰਮ ਨਾਲ ਕੰਪੇਅਰ ਕਰਾਂ ਮੇਰੀ ਟਰਮ ਬਣਦੀ ਪਈ 1 ਪਲੱਸ ਮਾਈਨਸ ਚੋਂ ਕੋਈ ਵੀ ਸਾਈਨ ਬੋਲ ਦਿਓ ਆਪਾਂ ਪਿੱਛੇ ਦੱਸ ਕੇ ਨੇ ਆ ਕਿ ਵੀ ਐਸ ਸੱਚ x ਔਰ n ਦੇ ਪੋਸੀਬਲ ਸਾਈਨ ਕੋਈ ਵੀ ਹੋ ਸਕਦੇ ਇਹ ਤੋਂ ਚੱਲਾਂ ਤੇ 1 ਪਲੱਸ x ਪਾਵਰ n यानी n ਦੀ ਜਗ੍ਹਾ ਤੇ ਮੇਰੇ ਕੋਲ -1 ਆ x ਦੀ ਜਗ੍ਹਾ ਤੇ ਮੇਰੇ ਕੋਲ ਡੈਲਟਾ b by b ਆ ਔਰ ਦੂਜੀ ਗੱਲ ਅਸੀਂ ਕਿਹਾ ਸੀ ਕਿਸੇ ਵੀ ਮੂਵਮੈਂਟ ਦੇ ਬਾਇਨੋਮੀਅਲ ਥਿਓਰਮ ਦਾ ਯੂਜ਼ ਉਦੋਂ ਆਏਗਾ ਜੇ x ਵਾਲੀ ਟਰਮ ਜਿਹੜੀ ਆ ਉਹ 1 ਤੋਂ ਸਮਾਲਰ ਹੋਵੇ ਇਸ ਇਨਸਟੈਂਟ ਤੇ ਆਪਣੀ x ਦੀ ਥਾਂ ਤੇ ਟਰਮ ਲਿਖੀ ਡੈਲਟਾ b by b ਤੇ ਬੇਟਾ ਡੈਲਟਾ b ਐਰਰ ਆ b ਮੇਰੀ ਕੁਆਂਟੀਟੀ ਆ ਤੇ ਇਹਦਾ ਮਤਲਬ ਐਰਰ ਕੁਆਂਟੀਟੀ ਤੋਂ ਹਮੇਸ਼ਾ ਛੋਟੀ ਹੋ Yes. Yes, sir. एरर क्वांटिटी तो छोटी है सर रिपीट कर दीजिए सर 1 तो स्मॉलर होएगी कि ग्रेटर smaller than 1 Small. ਇਹਦਾ ਮਤਲਬ ਜੇ ਇਹ ਟਰਮ ਸਮਾਲਰ ਹੈਗੀ 1 ਤੋਂ ਤੇ ਇਹਦੇ ਨਾਲ ਇਸ ਟਰਮ ਦੇ ਉੱਤੇ ਬਾਇਨੋਮੀਅਲ ਥਿਓਰਮ ਅਪਲਾਈ ਹੋ ਸਕਦੀ ਆ Yes, sir. yes sir Yes, sir. अपना स्टेप की बनेगा we know that according to binomial theorem 1 plus x power minus n ਹੋਏ ਤੇ ਇਹਨੂੰ ਅਸੀਂ 1 minus nx ਲਿਖ ਸਕਦੇ ਹਾਂ ਕਲੀਅਰ ਇੰਨੀ ਗੱਲ Yes, sir. एक्सक्यूज मी सर ਹਾਂਜੀ ਬੱਚੇ सर वो 1 प्लस माइनस डेल्टा b बाय b रेज टू पावर -1 वाला स्टेप समझ नहीं आया सर एक बार बता दीजिए ਆਵਾ ਨਾ ਇਹਦੇ ਥੱਲੇ ਮੇਰੀ ਟਰਮ ਜਿਹੜੀ ਆ ਇੱਥੇ ਪਾਵਰ ਉਹਦੀ ਪਲੱਸ ਆ ਉੱਪਰ ਲੈ ਜਾਂਦੇ ਪਾਵਰ ਦਾ ਸਾਈਨ ਕੀ ਆ ਜਾਣਾ सर -1 अब वही लगाया बेटा नहीं सर वो उसमें बाइनोमियल थ्योरम कैसे लगाई वो नहीं समझ आया सर दोबारा से पहला मैं दस देना ਹੁਣ ਆਪਾਂ ਇੱਥੇ ਜੇ ਲੈ ਕੇ ਚੱਲੀਏ ਆਪਣੀ ਟਰਮ ਬਣੀ 1 ਪਲੱਸ ਮਾਈਨਸ ਡੈਲਟਾ b by b ਪਾਵਰ -1 ਹੁਣ ਜੇ ਇੱਥੇ ਬਾਇਨੋਮੀਅਲ ਆਣੀ ਆ ਇੰਨੀ ਟਰਮ ਜਿਹਨੂੰ ਸਰਕਲ ਕਰਦਾ ਪਿਆ ਇਹ x ਦੇ ਕੋਰਸਪੋਂਡਿੰਗ ਆਂਦੀ ਵੀ Yes, sir. यस सर ਔਰ -1 ਮੇਰਾ ਜਿਹੜਾ -n ਦੇ ਕੋਰਸਪੋਂਡਿੰਗ ਤੇ ਅਸੀਂ ਕਿਹਾ ਸੀ -n x ਨਾਲ ਮਲਟੀਪਲਾਈ ਹੋ ਸਕਦਾ ਜੇ x ਦੀ ਵੈਲਿਊ 1 ਤੋਂ ਸਮਾਲਰ ਹੁਣ ਇੱਥੇ ਚੱਲਾਂ ਡੈਲਟਾ b by b ਦੀ ਵੈਲਿਊ ਡੈਲਟਾ b ਐਰਰ ਆ ਤੇ b ਕੁਆਂਟੀਟੀ ਆ ਤੇ ਐਰਰ ਹਮੇਸ਼ਾ ਕੁਆਂਟੀਟੀ ਤੋਂ ਛੋਟੀ ਹੋਣੀ ਆ ਇਸ ਲਈ ਆ ਨਿਊਮੀਨੇਟਰ ਬਾਈ ਡਿਨੋਮੀਨੇਟਰ ਦੀ ਜਿਹੜੀ ਵੈਲਿਊ ਆ ਇਹ 1 ਤੋਂ ਸਮਾਲਰ ਬਣੂ Yes, sir. यस सर ਤੇ ਜੇ ਮੇਰੀ ਟਰਮ 1 ਤੋਂ ਸਮਾਲਰ ਆ ਇਹਦੇ ਨਾਲ ਇਸ ਟਰਮ ਦੇ ਨਾਲ -1 ਆ ਕੇ ਮਲਟੀਪਲਾਈ ਹੋ ਸਕਦਾ ਇਹਦੇ ਨਾਲ ਇਹਨੂੰ ਮੈਂ ਇਸ ਵੇ ਨਾਲ ਲਿਖ ਸਕਦਾ 1 प्लस माइनस -1 into डेल्टा b by d क्या आ सब क्लियर है
Yes, sir. Yes, sir. ਹੁਣ ਸਾਈਨ ਨੂੰ ਇੱਥੇ ਯੂਜ਼ ਕਰ ਦਿਓ ਮਾਈਨਸ ਪਲੱਸ ਮਾਈਨਸ ਹੋ ਜਾਏਗਾ ਮਾਈਨਸ ਮਾਈਨਸ ਪਲੱਸ ਇਹ ਵਾਲੀ ਟਰਮ ਬਣ ਗਈ 1 ਮਾਈਨਸ ਪਲਸ ਡੈਲਟਾ b ਬਾਈ b ਇਹਦਾ ਮਤਲਬ ਜਦੋਂ 1 ਪਲਸ ਮਾਈਨਸ ਡੈਲਟਾ b ਬਾਈ b ਸੀਗਾ ਜੇ ਉਹ ਕਨਵਰਟ ਕਰਕੇ 1 ਮਾਈਨਸ ਪਲਸ ਡੈਲਟਾ b ਬਾਈ b ਬਣ ਗਿਆ ਇਹ ਮਤਲਬ ਵੀ ਯੂਜ਼ ਦਾ ਬਾਇਨੋਮੀਅਲ ਥਿਓਰਮ ਇਹ ਮਤਲਬ ਆਪਾਂ ਬਾਇਨੋਮੀਅਲ ਥਿਓਰਮ ਲਗਾ ਕੇ ਇਹਦੇ ਨਾਲੋਂ ਇਹਦੇ ਸਾਈਨ ਇਨਵਰਟ ਕੀਤੇ ਗੱਲ ਸਮਝ ਆ ਗਈ ਬੱਚੇ Yes, sir. हाँ जी सर। ਹੁਣ ਇਸੇ ਰਿਜ਼ਲਟ ਨੂੰ ਆਪਾਂ ਵਾਪਸ ਇਸ ਇਕੁਏਸ਼ਨ ਚ ਲੈ ਚੱਲਦੇ ਹਾਂ ਠੀਕ ਹੈ ਜੀ देयरफॉर ਆਪਣੇ ਕੋਲ ਟਰਮ ਆ ਜਾਏਗੀ 1 plus minus delta z by z 1 plus minus delta z by z ठीक है जी इक्वल टू 1 plus minus delta a by a ठीक है इनटू a की जगह पे आ टर्म बन गई वो यूज कर दो इनटू आ गया 1 minus plus delta b by b क्या स्टेप क्लियर है इतना क्लियर है सारे को Yes. Yes, sir. सर माइनस प्लस और प्लस माइनस में कोई फर्क है? कोई फर्क नहीं पॉसिबल कॉम्बिनेशन में ते कोई फर्क नहीं आना बेटा पर ਅਸੀਂ ਸਿਰਫ ਮਾਈਨਸ ਪਾਵਰ ਨੂੰ ਖਤਮ ਕਰਨਾ ਸੀ ਇਸ ਲਈ ਮਾਈਨਸ ਸਾਈਨ ਨੂੰ ਖਤਮ ਕਰਨ ਦਾ ਸਾਡੇ ਕੋਲ ਮੈਥਡ ਨਹੀਂ ਸੀਗਾ ਪਾਵਰ ਚੋਂ ਮਾਈਨਸ ਖਤਮ ਕਰਨੀ ਕਹਿੰਦਾ ਜੋ ਬਾਇਨੋਮੀਅਲ ਨਾਲ ਹੀ ਹੋ ਸਕਦੀ ਇਸ ਲਈ ਬਾਇਨੋਮੀਅਲ ਥਿਓਰਮ ਅਪਲਾਈ ਕਰਕੇ ਅਸੀਂ ਆਪਣਾ ਮਾਈਨਸ ਸਾਈਨ ਜਸਟੀਫਾਈ ਕਰ ਲਿਆ क्लियर है यस Yes. Sir. इस मल्टीप्लिकेशन को एक्सपेंड कर दो ठीक है एक्सपेंड कर बाकी 1 प्लस माइनस डेल्टा z में z इक्वल टू पहले 1 दे नाल टर्म खोल लो अपने को टर्म लेगी 1 माइनस प्लस डेल्टा b by b फिर sh प्लस माइनस डेल्टा a by a ना दो टर्म बना दो प्लस माइनस डेल्टा a by a फिर प्लस माइनस डेल्टा a by a into डेल्टा b by b ਇਹਦੇ ਵਿੱਚੋਂ ਇਹ ਹੁਣ ਸਾਰੇ ਦਾ ਸਾਰਾ ਆਪਣਾ ਪ੍ਰੋਡਕਟ ਵਾਲਾ ਹੀ ਰਿਜ਼ਲਟ ਬਣਨਾ ਬੇਟਾ ਠੀਕ ਹੈ 1 ਇਹਦੇ ਵਿੱਚੋਂ ਕੈਨਸਲ ਹੋ ਜੂ ਦੂਜੇ ਪਾਸੇ ਆਪਾਂ ਜਿੱਦਾਂ ਪਿੱਛੇ ਡਿਫਾਈਨ ਕੀਤਾ ਸੀ ਜੇ ਡੈਲਟਾ a by a ਨੂੰ ਲਵਾਂ ਇਹਦੀ ਵੈਲਿਊ 1 ਤੋਂ ਸਮਾਲਰ ਆ ਡੈਲਟਾ b by b ਲਵਾਂ ਇਹਦੀ ਵੈਲਿਊ ਵੀ 1 ਤੋਂ ਸਮਾਲਰ ਆ ਤੇ ਜੇ ਇਹ ਦੋ ਸਮਾਲਰ ਵੈਲਿਊਜ਼ ਨੂੰ ਮੈਂ ਆਪਸ ਦੇ ਵਿੱਚ ਮਲਟੀਪਲਾਈ ਕਰਾਂ ਤੇ ਇਹਦੀ ਪ੍ਰੋਡਕਟ ਕੁਆਂਟੀਟੀ ਇੰਡੀਵਿਜੂਅਲ ਟਰਮ ਨਾਲੋਂ ਹੋਰ ਵੀ ਛੋਟੀ ਹੋ ਜੂ Yes, sir. Yes, sir. मतलब ਆਪਾਂ डिफाइन कर सकते as delta a by a and delta b by b both are very small so we neglect the term so we neglect delta a by a into delta b by b therefore आ टर्म भी neglect कर दियो अपने को बाकी टर्म जेडी रहेगी वो रिजल्ट आ जाएगा plus minus delta z by z equal to minus plus delta b by b plus minus delta a by b ਇਹਦਾ ਮਤਲਬ ਜਦੋਂ z ਦੀ ਐਰਰ ਕੱਢਣੀ ਆ ਜੇ ਉਹ ਦੋ ਕੁਆਂਟੀਟੀ ਆਪਸ ਵਿੱਚ ਡਿਵਾਈਡ ਹੋ ਰਹੀਆਂ ਸੀ ਤੇ z ਦੀ ਰਿਲੇਟਿਵ ਐਰਰ ਨਿਕਲੇਗੀ ਠੀਕ ਹੈ ਔਰ ਰਿਲੇਟਿਵ ਐਰਰ ਲਈ ਕੀ ਕਰਾਂਗੇ ਦੋਨੇ ਕੁਆਂਟੀਟੀ ਦੀ ਇੰਡੀਵਿਜੂਅਲ ਜਿੰਨੀ ਰਿਲੇਟਿਵ ਐਰਰ ਹੋਏਗੀ ਉਹਨਾਂ ਵਿੱਚ ਰਿਲੇਟਿਵ ਐਰਰ ਨੂੰ ਤੁਸੀਂ ਐਸ ਚ ਐਡ ਕਰਨਾ ਹੁਣ ਇਹਦੇ 4 ਪੋਸੀਬਲ ਕੰਬੀਨੇਸ਼ਨ ਆ ਫੇਰ ਦੁਬਾਰਾ ਬਣਨੇ ਪ੍ਰੋਡਕਟ ਵਕੜੀ ਤੇ ਉਹਨਾਂ ਵਿੱਚੋਂ ਮੈਕਸਿਮਮ ਪੋਸੀਬਲ ਐਰਰ ਉਦੋਂ when both errors are added ਇਹਦਾ ਮਤਲਬ ਆਪਣੇ ਕੋਲ ਜਿਹੜੀ ਮੈਕਸਿਮਮ ਐਰਰ ਆਏਗੀ so maximum error is plus minus delta z by z equal to plus delta b by b plus delta a by a आ मेरा फाइनल मेरा वो मैक्सिमम एरर का रिजल्ट आ जाएगा क्या इतना समय लग गया Yes, sir. Excuse me, sir. यस सर सर जो बाइनोमियल थ्योरम हमने लगाई थी सर वो 1 plus x raised to power minus n में लगाई थी सर अगर हम 1 minus x raised to power minus n वाली लगाते फिर फिर की हो जाएगा ਤੁਹਾਡੇ ਕੋਲ ਇੱਥੇ ਜਿਹੜੀ ਟਰਮ सर फिर तो 1 plus n x हो जाता ना सर ਆ ਤਾਂ ਉਹਨਾਂ ਕੀ ਫਰਕ ਪੈਣਾ ਬੇਟੇ ਇੱਥੇ ਜੇ ਮੈਂ ਮਾਈਨਸ ਨਾ ਵੀ ਲਾ ਲਾਂ ਤੇ ਆ ਟਰਮ ਮੇਰੀ ਜਦੋਂ ਪਲੱਸ ਬਣੀ ਅਲਟੀਮੇਟ -1 ਜਿਹੜਾ ਵਾ ਇੱਥੇ ਦੋਨਾਂ ਸਾਈਨ ਨਾਲ ਮਲਟੀਪਲਾਈ ਹੋਣਾ
ठीक है ना, -1 ਜਦੋਂ ਪਲੱਸ ਨਾਲ ਮਲਟੀਪਲਾਈ ਕਰੂੰ, -1 ਜਦੋਂ ਮਾਈਨਸ ਨਾਲ ਮਲਟੀਪਲਾਈ ਕਰੂੰ, ਤੇ ਮੇਰੇ ਕੋਲ ਜਿਹੜਾ ਕੰਬੀਨੇਸ਼ਨ ਬਣਦੀ ਉਹ ਤਾਂ ਆ ਹੀ ਬਣਨਾ, ਇਹ 'ਚ ਥੋੜਾ ਕੋਈ ਚੇਂਜ ਆ ਜਾਣਾ। ਇਹ ਤਾਂ ਆਪਾਂ ਜਨਰਲਾਈਜ਼ ਲਿਖ ਕੇ ਦੱਸਿਆ ਵਾ ਕਿ ਵੀ 1 + x ਪਾਵਰ -n ਹੋਵੇ, ਤੁਹਾਨੂੰ ਇਦਾਂ ਲਿਖ ਸਕਦਾ। ਜੇ ਤੇ 1 - x ਪਾਵਰ -n ਹੁੰਦੀ ਤੇ ਇਹਦੇ ਵਿੱਚ 1 + nx ਆ ਜਾਊ। ਇਹ ਤਾਂ ਇੱਕ ਜਨਰਲਾਈਜ਼ ਰਿਜ਼ਲਟ ਲਿਖਿਆ, ਆਪਾਂ ਆਪਣੇ ਕੇਸ ਦੇ ਅੰਦਰ ਇਹ ਇੱਥੇ ਅਪਲਾਈ ਕਰਕੇ ਦਿਖਾ ਦਿੱਤਾ। ਕਲੀਅਰ Okay, sir. Yes, sir. ਸਰ ਇਹ ਤੋਂ ਨੈਗਲੈਕਟ ਤੋਂ ਨਹੀਂ ਪਤਾ ਲੱਗਾ ਕਿਹੜਾ ਜੀ? ਜਦੋਂ ਨੈਗਲੈਕਟ ਕੀਤੀ ਹੈਗੀ ਵੈਲਿਊ। ਹਾਂਜੀ ਇੱਥੇ ਆਪਾਂ ਸਿੰਪਲ ਇਹਦੀ ਗੱਲ ਕਰ ਰਹੇ ਨਾ, ਜੇ ਡੈਲਟਾ b/b ਦੀ ਵੈਲਿਊ ਮੰਨ ਲਓ 0.1 ਬਣੀ ਹੋਵੇ, ਆਪਾਂ ਡੈਲਟਾ b ਐਰਰ ਨੂੰ b ਨਾਲ ਡਿਵਾਈਡ ਕੀਤਾ, ਵੈਲਿਊ 0.1 ਆ ਗਈ। ਡੈਲਟਾ a/a ਦੀ ਵੈਲਿਊ ਮੈਂ ਸੋਲਵ ਕੀਤੀ, ਮੰਨ ਲਓ 0.2 ਆ ਗਈ। ਇਹਦਾ ਮਤਲਬ ਆ 0.1 ਆ 0.2 ਆ, ਇੱਥੇ 0.1 into 0.2 ਕੀਤਾ, ਹਾਂਜੀ ਸਰ ਤੇ ਜਿਹੜਾ ਮਤਲਬ ਛੋਟੀ ਹੋ ਗਈ 1 into 0.2 ਕਰਕੇ ਰਿਜ਼ਲਟ ਆਇਆ ਉਹ 0.02 ਆਇਆ। ਇਹਦਾ ਮਤਲਬ ਆ ਪ੍ਰੋਡਕਟ ਦੀ ਵੈਲਿਊ ਇਹਨਾਂ ਦੋਨਾਂ ਟਰਮ ਨਾਲੋਂ ਹੋਰ ਵੀ ਛੋਟੀ ਹੋ ਜਾਂਦੀ ਹੈ। ਇਹਦਾ ਮਤਲਬ ਜੇ ਆਹ ਦੋ ਟਰਮ ਮੇਰੀਆਂ ਸਮਾਲਰ ਨੇ, ਇਹਨਾਂ ਦੋਨਾਂ ਟਰਮ ਨੂੰ ਮੈਂ ਕੰਪੇਅਰ ਕਰਾਂ ਇਸ ਟਰਮ ਨਾਲ, ਤੇ ਆਹ ਟਰਮ ਮੇਰੀ ਜਿਹੜੀ ਹੋਏਗੀ ਪ੍ਰੋਡਕਟ ਵਾਲੀ, ਉਹ ਇਹਨਾਂ ਦੋਨਾਂ ਤੋਂ ਬਹੁਤ ਛੋਟੀ ਆ। ਇਹਦਾ ਮਤਲਬ ਅਸੀਂ ਫਿਰ ਐਸ ਸੱਚ ਇਹਨਾਂ ਦੋ ਟਰਮਸ ਦੇ ਕੰਪੈਰੀਟਿਵਲੀ ਇਸ ਪ੍ਰੋਡਕਟ ਵਾਲੀ ਟਰਮ ਨੂੰ ਨੈਗਲੈਕਟ ਕਰ ਸਕਦੇ। ਹਾਂਜੀ ਸਰ ਤੇ ਜੇ ਇਹਨੂੰ ਮੈਂ ਨੈਗਲੈਕਟ ਕਰ ਦਵਾਂ, ਯਾਨੀ ਇਹਨੂੰ ਮੈਂ 0 ਕੰਸੀਡਰ ਕਰ ਗਿਆ, ਤੇ ਮੇਰੇ ਕੋਲ ਟਰਮ ਕੀ ਰਹਿ ਗਈ? ਇੱਕ ਡੈਲਟਾ b/b ਵਾਲੀ, ਇੱਕ ਡੈਲਟਾ a/a ਵਾਲੀ, ਯਾਨੀ ਆਪਾਂ ਦੋਨੋਂ ਟਰਮ ਇੱਥੇ ਲਿਖ ਦਿੱਤੀ। ਕਲੀਅਰ ਆ? ਸਰ ਇਹਦੇ ਪੁਆਇੰਟਾਂ ਵਿੱਚ ਹੀ ਆਪਾਂ ਵੈਲਿਊ ਆਊਗੀ। ਹਾਂਜੀ ਸਰ ਕਲੀਅਰ ਆ। ਬੱਚੇ ਓਕੇ ਸਰ। ਆਪਾਂ ਐਰਰ ਹੀ ਕੱਢਦੇ ਪਏ ਨਾ, ਤੇ ਐਰਰ ਤੇ ਮੇਰੀ ਪੁਆਇੰਟਾਂ 'ਚ ਹੀ ਨਿਕਲਣੀ ਆ। ਠੀਕ ਹੈ ਸਰ ਇੰਨਾ ਕਲੀਅਰ ਹੈ ਤੇ ਮੈਨੂੰ ਦੱਸੋ, ਫਿਰ ਮੈਂ ਅੱਗੇ ਕੰਟੀਨਿਊ ਕਰਾਂ। Yes, sir. Yes, sir. Yes, sir. ਨੈਕਸਟ ਜਿਹੜਾ ਆਣਾ ਬੇਟੇ, ਹੁਣ ਇੱਕ ਵਾਰ ਇਹਨਾਂ ਚਾਰਾਂ ਨੂੰ ਜਨਰਲਾਈਜ਼ ਕਰਾ ਰਿਹਾ, ਠੀਕ ਹੈ, ਰਿਜ਼ਲਟ ਰਿਕਾਲ ਕਰ ਲਈਓ। ਆਪਾਂ ਚਾਰ ਟੌਪਿਕ ਕੀਤੇ ਆ। ਜਦੋਂ ਦੋਨੋਂ ਕੁਆਂਟੀਟੀਜ਼ ਤੁਸੀਂ ਐਡ ਕਰਦੇ, ਜਦੋਂ ਦੋਨੋਂ ਕੁਆਂਟੀਟੀ ਤੁਸੀਂ ਸਬਟ੍ਰੈਕਟ ਕਰਦੇ, ਮਲਟੀਪਲਾਈ ਕਰਦੇ ਜਾਂ ਡਿਵਾਈਡ ਕਰਦੇ, ਠੀਕ ਹੈ, ਉਸ ਇਨਸਟੈਂਟ ਤੇ ਉਹਦੀ ਐਰਰ ਕਿੱਦਾਂ ਸੋਲਵ ਕੀਤੀ। ਮੈਂ ਇੱਕ ਵਾਰ ਚਾਰੇ ਰਿਜ਼ਲਟ ਲਿਖਣ ਲੱਗਿਆ। ਆਪਾਂ ਇਹ ਕਿਹਾ ਕਿ ਜੇ ਦੋ ਕੁਆਂਟੀਟੀ ਨੂੰ ਪਲੱਸ ਕਰੀਏ, ਜੇ ਦੋ ਕੁਆਂਟੀਟੀ ਨੂੰ ਮਾਈਨਸ ਕਰੀਏ, ਤੇ ਬੱਚੇ ਇਹਨਾਂ ਦੋਨਾਂ ਕੇਸਿਸ ਦੇ ਅੰਦਰ ਜਿਹੜੀ ਇਹਨਾਂ ਦੀ ਐਰਰ ਆ ਹਨਾ, ਉਹ ਸਿੰਪਲ ਐਡੀਸ਼ਨ ਤੋਂ ਆਉਂਦੀ। ਜਿੰਨੀ a ਦੀ ਐਰਰ ਹੋਏਗੀ, ਜਿੰਨੀ b ਦੀ ਐਰਰ ਹੋਏਗੀ, ਰਿਜ਼ਲਟੈਂਟ ਐਰਰ ਡੈਲਟਾ a ਪਲੱਸ ਡੈਲਟਾ b ਤੋਂ ਬਣੇਗੀ। क्या इतनी गल समझ लगी? Yes, sir. Yes, sir. यस सर। Yes, sir. रिजल्ट लेता कि जे दो क्वांटिटी मल्टीप्लाई करा या दो क्वांटिटी डिवाइड करी, ਇਹਨਾਂ ਦੋਨਾਂ ਕੇਸਿਸ ਦੇ ਅੰਦਰ ਰਿਜ਼ਲਟ ਇਹ ਨਿਕਲਿਆ ਕਿ z ਦੀ ਰਿਲੇਟਿਵ ਐਰਰ ਕੱਢਾਂਗੇ, ਉਹਦੇ ਵਾਸਤੇ a ਦੀ ਰਿਲੇਟਿਵ ਐਰਰ ਲੈ ਲਓ, b ਦੀ ਰਿਲੇਟਿਵ ਐਰਰ ਲੈ ਲਓ, ਤੇ ਇਹਨਾਂ ਨੂੰ ਆਪਸ ਵਿੱਚ ਪਲੱਸ ਕਰਾਂਗੇ। मतलब एक कंक्लूजन चारा तो बनता कि क्वांटिटी च क्वांटिटी प्लस या माइनस या मल्टीप्लाई या डिवाइड कुछ भी हो गए, एरर आर ऑलवेज एडिटिव इन नेचर, एरर आर ऑलवेज एडेड अप, एरर नेवर टू बी सबट्रैक्टेड। एरर किसी भी केस च सबट्रैक्ट नहीं होनी। मैं कहां जी ए च इतनी एरर है, दूजे च इतनी आ गई, माइनस कर दियो, एरर माइनस नहीं होनी। एरर विच एरर हमेशा प्लस ही होनी आ, वो कभी भी आपस दे विच दो एरर माइनस नहीं हो सकती। ठीक है, हां जे दो क्वांटिटी सिंपल एडिशन या सबट्रैक्शन चाहिए ते एरर की सिंपल फॉर्म ऐड होती है, ते जे मेरे को दो क्वांटिटी मल्टीप्लिकेशन ते डिवीजन च ते एरर उना दी रिलेटिव फॉर्म च ऐड होगी। क्या इतनी गल क्लियर है? Yes, sir. मैं जस्ट एक न्यूमेरिकल ना गल करन लग्या दोबारा, ठीक है, समझियो। ਉਹਨੇ ਕਿਹਾ ਕਿਸੇ ਰੈਕਟੈਂਗੂਲਰ ਬਾਕਸ ਦੀ ਲੈਂਥ ਦਿੱਤੀ ਆ, ਲੈਂਥ ਹੋ ਗਈ ਨਾ ਜੀ ਹੈਗੀ ਮੇਰੇ ਕੋਲ ਉਹਦੀ 3.2 ਪਲੱਸ ਮਾਈਨਸ 0.2 ਸੈਂਟੀਮੀਟਰ। ਉਹ ਕਹਿੰਦਾ ਜੀ ਬ੍ਰੈਡਥ ਹੈਗੀ ਉਹਦੀ 2.2 ਪਲੱਸ ਮਾਈਨਸ 0.1 ਸੈਂਟੀਮੀਟਰ। ਕੈਲਕੂਲੇਟ ਪੈਰੀਮੀਟਰ, ਕੈਲਕੂਲੇਟ ਏਰੀਆ ਆਫ ਰੈਕਟੈਂਗਲ। ਪੈਰੀਮੀਟਰ ਵੀ ਕੱਢੋ ਤੇ ਏਰੀਆ ਵੀ ਕੱਢੋ। ਹੁਣ ਪੈਰੀਮੀਟਰ ਲਈ ਕੀ ਫਾਰਮੂਲਾ ਹੁੰਦਾ ਜੀ? 2l plus b
2 into 2 l plus b मतलब ऐड करके सोचा ਤੇ ਅਸੀਂ ਐਸਾ ਚਾਹ ਲਿਖਿਆ ਕਿ l plus b है ना ਆਪਾਂ ਇਸੇ ਨੂੰ ਐਸਾ ਚ ਕੰਬਾਈਨ ਕਰਕੇ 2 ਟਾਈਮ l plus b ਕਹਿ ਰਹੇ ਤੇ ਜੇ ਮੈਂ ਇਹਦੀ ਐਰਰ ਕੱਢੀ Yes. ਜੇ ਮੈਂ ਇਹਦੀ ਐਰਰ ਕੱਢਣੀ ਕਿਉਂਕਿ ਇਹ ਕੁਆਂਟੀਟੀ ਸਿੰਪਲ ਐਡੀਸ਼ਨ ਚਾਹੀਆਂ ਇਸ ਲਈ ਇਹਨਾਂ ਦੀ ਇੰਡੀਵਿਜੂਅਲ ਜਿੰਨੀ ਐਰਰ ਆ ਜਿੱਦਾਂ ਇਹਦੇ ਵਿੱਚ ਐਰਰ ਡੈਲਟਾ l ਇਹਦੇ ਚ ਐਰਰ ਡੈਲਟਾ l ਡੈਲਟਾ b ਤੇ ਡੈਲਟਾ अब तो ऐड करके मेरी टोटल एरर आ जाएगी ਜਦੋਂ मैं फाइनल पैरामीटर लिखांगा ਜਦੋਂ मैं फाइनल पैरामीटर लिखांगा कुछ दो चीਜ਼ਾਂ डिफाइन करनियां एक मैं पैरामीटर ਦੀ वैल्यू और एक मैं ਨਾਲ ਉਹਦੇ डिफाइन करनी एरर वैल्यू ਦੇ ਨਾਲ एरर प्लस माइनस ਦੋਨਾਂ ਸਾਈਨ ਆਏਗੀ पर एरर ਜਦੋਂ ਆਪਸ ਦੇ ਵਿੱਚ ਸੋਲਵ ਹੋਣੀ ਉਹ ਕਿਤੇ ਵੀ ਮਾਈਨਸ ਨਹੀਂ ਹੁੰਦੀ ਉਹ ਹਮੇਸ਼ਾ ਐਡ ਕਰਕੇ ਆਏਗੀ क्या पैरामीटर वाला कांसेप्ट क्लियर होया सर एक बार रिपीट करियो। हाँ जी सर ਆਪਾਂ ਇਹ ਕਿਹਾ ਕਿ ਵੀ ਜੇ ਪੈਰੀਮੀਟਰ ਕੱਢਾ ਤੇ ਪੈਰੀਮੀਟਰ ਮੇਰੇ ਕੋਲ ਜਿਹੜੇ ਆਵਾ ਰੈਕਟੈਂਗਲ ਦਾ ਉਹਦੀਆਂ ਸਾਰੀਆਂ ਸਾਈਡਾਂ ਨੂੰ ਐਡ ਕਰਕੇ ਬਣਦਾ ਇਸ ਲਈ ਤੁਸੀਂ ਸਾਰੀਆਂ ਸਾਈਡਾਂ ਪਲੱਸ ਕਰ ਦਿੱਤੀਆਂ ਤੇ ਜੇ ਮੈਂ ਪੈਰੀਮੀਟਰ ਦੀ ਐਰਰ ਕੱਢਣੀ ਹੈ ਨਾਲ ਤੇ ਐਰਰ ਕੱਢਣ ਵਾਸਤੇ ਮੈਂ ਕੀ ਕਰਾਂਗਾ ਹਰ ਇੰਡੀਵਿਜੂਅਲ ਕੁਆਂਟੀਟੀ ਚ ਜਿੰਨੀ ਐਰਰ ਆ ਹਨਾ ਉਹਨਾਂ ਨੂੰ ਐਡ ਕਰ ਦਿਓ ਉੱਪਰ ਆਪਾਂ ਇਹੀ ਕਿਹਾ ਵਾ ਕਿ ਜਦੋਂ ਕੁਆਂਟੀਟੀ ਪਲੱਸ ਕਰੀਏ ਜਾਂ ਕੁਆਂਟੀਟੀ ਮਾਈਨਸ ਕਰੀਏ ਉਹਨਾਂ ਦੀ ਐਰਰ ਨੂੰ ਤੁਸੀਂ ਸਿੰਪਲ ਐਡ ਕਰ ਦਿਓ ਕਲੀਅਰ ਹੈ ਨੀ ਗੱਲ यस सर। Yes. ਏਰੀਆ ਕੱਢਣਾ ਹੋਵੇ ਤੇ we know that area of the length into breadth ਹੁਣ ਇਹਦੇ ਵਿੱਚ ਕੋਈ ਚੀਜ਼ ਦੱਸਾਂਗਾ ਉਸ ਚੀਜ਼ ਨੂੰ ਧਿਆਨ ਨਾਲ ਦਿਮਾਗ 'ਚ ਰੱਖਿਓ ਲੋਡ ਪੈਣੀ ਹੈ ਬੇਟਾ ਜਿਨ੍ਹਾਂ ਦਾ ਕੱਲ ਨੂੰ ਪੇਪਰ ਹੈ ਏਰੀਆ ਆਫ ਦਾ ਲੈਂਥ ਇਨਟੂ ਬ੍ਰੈਡਥ ਇਹਦਾ ਮਤਲਬ ਹੈ ਮੇਰੇ ਕੋਲ ਜਿਹੜੀ ਲੈਂਥ ਗਿਵਨ ਆ ਉਹ ਹੈਗੀ 3.2 ਜਿਹੜੀ ਬ੍ਰੈਡਥ ਗਿਵਨ ਆ ਉਹ ਹੈਗੀ 2.2 ਠੀਕ ਹੈ ਜੀ ਇਹਨੂੰ ਜਦੋਂ ਮੈਂ ਮਲਟੀਪਲਾਈ ਕਰਾਂਗਾ ਇਹਨੂੰ ਜੇ ਮੈਂ ਮਲਟੀਪਲਾਈ ਕਰ ਲਵਾਂ 32 ਇਹਦੀ ਵੈਲਿਊ ਆ ਗਈ ਮੇਰੇ ਕੋਲ 704 ਹੁਣ ਐਸ ਸੱਚ ਇਹਦੇ ਅਕੋਰਡਿੰਗਲੀ ਚੱਲਣਾ ਤੇ ਮੇਰੇ ਕੋਲ ਦੋ ਪਲੇਸ ਤੇ ਡੈਸੀਮਲ ਐਡਜਸਟ ਕਰਕੇ ਵੈਲਿਊ ਬਣ ਗਈ 7.04 ਮੀਟਰ ਸਕੁਅਰ ਜਾਂ ਸੈਂਟੀਮੀਟਰ ਸਕੁਅਰ ਯੂਨਿਟ ਜਿਹੜਾ ਵੀ ਹੋਏਗਾ ਇੰਨੀ ਗੱਲ ਮੈਨੂੰ ਸਮਝ ਲੱਗੀ Yes. Yes, sir. ਉਹਦੇ ਵਿੱਚ ਨੂਮੈਰੀਕਲ ਨਾਲ ਰਿਲੇਟਡ ਜੋ ਵੀ ਕਨਸੈਪਟ ਹੋਏਗਾ ਉਹਦੀ ਲੋਡ ਕੀ ਆ ਉਹ ਦੱਸਾਂਗਾ ਉਹਨੂੰ ਸਮਝ ਲਿਓ ਧਿਆਨ ਨਾਲ ਹੁਣ ਇਹ ਆ ਗਿਆ ਏਰੀਆ ਜਦੋਂ ਤੁਸੀਂ ਫਾਈਨਲ ਰਿਜ਼ਲਟ ਐਕਸਪ੍ਰੈਸ ਕਰਨਾ ਉਹ ਚ ਏਰੀਆ ਵੀ ਆਏਗਾ ਤੇ ਉਹਦੀ ਐਰਰ ਵੀ ਆਏਗੀ ਇਹ ਮੈਂ ਜੇ ਮੈਂ ਏਰੀਆ ਦੀ ਐਰਰ ਕੱਢਣੀ ਆ ਤੇ ਆਹ ਰਿਜ਼ਲਟ ਕਹਿੰਦਾ ਕੁਆਂਟੀਟੀ ਨਾਲ ਕੁਆਂਟੀਟੀ ਮਲਟੀਪਲਾਈ ਆ ਤੇ ਜੇ ਕੁਆਂਟੀਟੀ ਨਾਲ ਕੁਆਂਟੀਟੀ ਮਲਟੀਪਲਾਈ ਆ ਤੇ ਐਰਰ ਉਹਨਾਂ ਦੀ ਰਿਲੇਟਿਵ ਫਾਰਮ ਚ ਲਿਖੀ ਜਾਏਗੀ ਇਹਦਾ ਮਤਲਬ a ਦੀ ਐਰਰ ਲਿਖਣਾ ਡੈਲਟਾ a by d ਡੈਲਟਾ l by l ਪਲੱਸ ਡੈਲਟਾ b by d ਕਿ ਆ ਸਟੈਪ ਸਮਝ ਲੱਗਿਆ यस सर। Yes, Yes, sir. sir. ਠੀਕ ਹੈ ਜੀ ਹੁਣ ਮੈਨੂੰ ਉਹਨੇ ਆਨਸਰ ਜਿਹੜਾ ਮੈਂ ਸਵੇਰੇ ਵੀ ਗੱਲ ਕੀਤੀ ਸੀ ਫਿਰ ਰਿਪੀਟ ਕਰ ਰਿਹਾ ਉਹਨੇ ਆਨਸਰ ਕਿਹੜੀ ਫਾਰਮ ਚ ਪੁੱਛਿਆ ਐਰਰ ਦਾ ਉਹ ਕਹਿੰਦਾ ਜੀ ਐਕਸਪ੍ਰੈਸ ਦਾ ਏਰੀਆ ਵਿਦ ਐਰਰ ਲਿਮਿਟ ਤੇ ਜੇ ਵਿਦ ਐਰਰ ਲਿਮਿਟ ਕਹਿ ਰਿਹਾ ਯਾਨੀ ਸਿੰਪਲ ਐਰਰ ਕਹਿ ਰਿਹਾ ਤੇ ਤੁਹਾਨੂੰ ਵਿੱਚੋਂ ਡੈਲਟਾ a ਚਾਹੀਦਾ ਜੇ ਉਹ ਕਹਿ ਰਿਹਾ ਕੈਲਕੂਲੇਟ ਦਾ ਏਰੀਆ ਵਿਦ ਰਿਲੇਟਿਵ ਐਰਰ ਕੈਲਕੂਲੇਟ ਦਾ ਏਰੀਆ ਵਿਦ ਪਰਸੈਂਟੇਜ ਐਰਰ ਇਹ ਤਿੰਨ ਫਾਰਮ ਹੀ ਹੁੰਦੀਆਂ ठीक है जे रिलेटिव एरर या परसेंटेज एरर कहेगा आ जो पूरे की पूरी वैल्यू डेल्टा a by a आ ये a की रिलेटिव एरर होएगी Yes, sir. Yes. यानी जे मैं डेल्टा a ਕੱਢਣਾ ਕੱਲਾ ਨਾ ਤੇ ਮੈਂ a ਨੂੰ ਇਧਰ ਜਾ ਕੇ ਮਲਟੀਪਲਾਈ ਕਰਨਾ ਵਾ ਪਰ ਜੇ ਮੈਨੂੰ ਨੇ ਰਿਲੇਟਿਵ ਐਰਰ ਕੱਢਣ ਨੂੰ ਗਈ ਆ ਤੇ ਮੈਨੂੰ a ਦੀ ਉਧਰ ਲੈ ਜਾਣਾ ਪੈਣਾ ਮੈਂ ਡੈਲਟਾ a by a ਦੀ ਟੋਟਲ ਵੈਲਿਊ ਕੱਢਣੀ ਹੈ ਤੇ ਜੇ ਉਹਨੇ ਪਰਸੈਂਟੇਜ ਐਰਰ ਕਹਿਤਾ ਤੇ ਜੋ ਰਿਜ਼ਲਟ ਇਹਨੂੰ ਸੋਲਵ ਕਰਕੇ ਆਏਗਾ ਉਹਨੂੰ into 100% ਵੀ ਲਾ ਦਾਂਗੇ ਕਿ ਇੰਨੀ ਗੱਲ ਸਮਝ ਲੱਗੀ ਪਹਿਲਾਂ Yes, sir. यस सर। हाँ जी सर। मतलब मैं डेल्टा a करना a into डेल्टा l by l plus डेल्टा b by b ਇਹਨੂੰ ਮੈਂ ਸੋਲਵ ਕਰਾਂ LCM ਲੈ ਕੇ ਸੋਲਵ ਕਰ ਲਓ ਬਾਹਰ ਏਰੀਆ ਨੂੰ ਆਪਾਂ l into b ਭਰ ਦਈਏ ਇੱਥੇ lb ਭਰ ਲਾ LCM ਲੈ ਕੇ ਮੇਰੇ ਕੋਲ ਟਰਮ ਬਣ ਗਈ b ਡੈਲਟਾ l plus l delta b over lb ਇਹ ਜਿਹੜਾ ਮਾਜੂ Yes. ਇਹ ਜੋ lb ਨਾ lb ਕੈਨਸਲ ਕਰ ਦੋ ਇਹ ਮੈਂ ਮੇਰੇ ਕੋਲ ਡੈਲਟਾ a ਜੇ ਕੱਲਾ ਕੱਢਣਾ ਸੀਗਾ ਤੇ ਉਹਦੀ ਵੈਲਿਊ ਬਣੀ b ਡੈਲਟਾ l plus l ਡੈਲਟਾ b क्या इतना समझ आया यस सर।
Yes, sir. ਸੋ ਹੁਣ ਇੱਥੇ ਇੱਕ ਸਟੈਪ ਤੁਹਾਡੇ ਸਮਝਣ ਵਾਲਾ ਹੈਗਾ ਬੇਟਾ, ਉਹ ਗੱਲ ਨੂੰ ਸਮਝ ਲੈ ਧਿਆਨ ਨਾਲ। ਉਹ ਤੇ ਆਪਣੇ ਕੋਲ ਏਰੀਆ ਵੀ ਨਿਕਲ ਆਇਆ, ਇਸ ਫਾਰਮੂਲੇ ਨਾਲ ਆਪਣੇ ਕੋਲ ਡੈਲਟਾ ਏ ਵੀ ਆ ਜਾਊ। ਹੁਣ ਜਦੋਂ ਫਾਈਨਲ ਰਿਜ਼ਲਟ ਲਿਖਣਾ, ਜਿਹਦਾ ਲੈਂਥ ਦੇ ਅੰਦਰ ਦੋ ਪਾਰਟ ਸੀਗੇ, ਇੱਕ ਉਹਦੀ ਵੈਲਿਊ ਇੱਕ ਉਹਦੀ ਐਰਰ, ਇਹਦੇ ਬ੍ਰੈਥ ਦੇ ਅੰਦਰ ਦੋ ਪਾਰਟ ਸੀ, ਇੱਕ ਉਹਦੀ ਵੈਲਿਊ ਇੱਕ ਉਹਦੀ ਐਰਰ, ਇਹਦੇ ਏਰੀਆ ਦੇ ਵਿੱਚ ਦੋ ਪਾਰਟ ਹੋਣਗੇ। Yes, sir. Yes, sir. Yes, sir. क्या लिखना, यानी जब मैं ते फाइनल एरिया दी वैल्यू लिखनी आ ते मैं कह जो च दो पार्ट आ, एक एरिया डिफाइन करा तो ओदा कितना है 7.04 प्लस माइनस। आ सारी टर्म मान लो आपा सॉल्व कीती, इस सारी टर्म दी वैल्यू जस्ट एग्जांपल लिख रहे हैं, एक्चुअल वैल्यू नहीं लिख रहे। इस सारे दी वैल्यू 0.23 आ गई। अब इधर 0.23 जेडी एरर ला ली, आ मेरा आंसर आ गया। क्या इतना क्लियर है? Yes, sir. ਹੁਣ Yes, sir. ਤੁਹਾਨੂੰ ਸਮਝਣ ਵਾਲੀ, ਜਦੋਂ ਬੇਟੇ ਆਨਸਰ ਐਕਸਪ੍ਰੈਸ ਕਰਨਾ ਔਰ ਤੁਸੀਂ ਇਦਾਂ ਲਿਖ ਕੇ ਆ ਗਏ, ਇਹ ਚ ਇੱਕ ਬਹੁਤ ਵੱਡੀ ਗਲਤੀ ਆ ਜਿਹੜੀ ਤੁਹਾਡੇ ਪਿਛਲੀ ਸਾਰੀ ਕੈਲਕੂਲੇਸ਼ਨ ਦੇ ਨੰਬਰ ਲੈ ਜਾਂਦੇ। ਗੱਲ ਸਮਝਿਓ, ਮੈਂ ਬਾਰ-ਬਾਰ ਕਹਿ ਰਿਹਾ ਕੀ ਗਲਤੀ। ਪਹਿਲਾ ਵਰਡ, ਜਦੋਂ ਤੁਸੀਂ ਡਿਊਰਿੰਗ ਕੈਲਕੂਲੇਸ਼ਨ ਜਦੋਂ ਤੁਸੀਂ ਇੱਥੇ ਕੈਲਕੂਲੇਸ਼ਨ ਕਰਦੇ ਪਏ, ਜੇ ਮੈਨੂੰ ਇੱਥੇ ਏਰੀਏ ਦੀ ਵੈਲਿਊ ਪੁੱਟ ਅਪ ਕਰਨੀ ਪੈਂਦੀ ਤੇ ਜਿੰਨੀ ਆ ਵੈਲਿਊ ਆਈ ਆ, ਜਿੰਨੇ ਡਿਜਿਟ ਚ ਆਈ ਆ, जिन्ने भी डिजिट च वैल्यू है, ये पूरे दी पूरी वैल्यू एज सच इस कैलकुलेशन जिथे यूज होएगी। पर जदों मैं फाइनल रिजल्ट एक्सप्रेस करना ते फाइनल रिजल्ट दे अंदर जे मैं इतना लिख के आ जा जो मेरे को इथे वैल्यू बनी ते बेटा ये मेरी गलती है। कहना भी गलती की है ते गलती ये होएगी ਤੁਹਾਡੇ फाइनल रिजल्ट दे अंदर कदी भी जड़ियां नंबर ऑफ सिग्निफिकेंट फिगर्स ने they never to be more than that of the कहना जी individual measurement। आ जेडी ਤੁਹਾਡੀ length ਤੇ breadth ਦੀ measurement ਹੋਈ ਹੈ ਨਾ, ਇਸ measurement ਦੇ ਅੰਦਰ ਜਿੰਨੀਆਂ least significant figure ਹੋਣਗੀਆਂ, ਮੰਨ ਲਓ ਜਸਟ ਵੈਸੇ ਐਗਜ਼ਾਮਪਲ ਬਣਾ ਰਿਹਾ, ਇੱਥੇ ਮੇਰੀ ਵੈਲਿਊ 3.23 ਹੁੰਦੀ, ਇੱਥੇ 2.2 ਹੈ। ਤੁਸੀਂ ਜਦੋਂ ਆਨਸਰ ਐਕਸਪ੍ਰੈਸ ਕਰਨਾ ਨਾ ਤੇ ਆਨਸਰ ਦੇ ਅੰਦਰ ਲੋਐਸਟ ਸਿਗਨੀਫੀਕੈਂਟ ਫਿਗਰ ਜਿਹੜੀਆਂ ਨੇ, ਲੀਸਟ ਸਿਗਨੀਫੀਕੈਂਟ ਫਿਗਰ ਜਿਹੜੀਆਂ ਨੇ ਮੇਜ਼ਰਮੈਂਟ ਦੇ ਅਕੋਰਡਿੰਗਲੀ ਉਹ ਡਿਫਾਈਨ ਹੋਣੀ ਹੈ। ਯਾਨੀ ਜੇ ਆ ਮੇਰੇ ਕੋਲ ਆਨਸਰ ਜਿਹੜਾ ਵਾ ਇਹ ਚ ਸਿਗਨੀਫੀਕੈਂਟ ਫਿਗਰ ਗਿਣਾ 3 ਵਾ, ਇਹ ਚ ਸਿਗਨੀਫੀਕੈਂਟ ਫਿਗਰ ਗਿਣਾ ਤੇ 2 ਆ, ਇੰਨੀ ਗੱਲ ਸਮਝ ਲੱਗਦੀ ਕੀ? Yes, sir. Yes, sir. Yes, sir. ਹੋਏਗਾ ਨਾ ਬੇਟੇ, ਆਨਸਰ ਤੁਸੀਂ ਐਸ ਸੱਚ ਕਹਿੰਦਾ ਜੀ ਲੋਐਸਟ ਸਿਗਨੀਫੀਕੈਂਟ ਫਿਗਰ ਚ ਐਕਸਪ੍ਰੈਸ ਕਰਨਾ। मेरा आंसर इस वे टोटल 3 सिग्निफिकेंट फिगर च एक्सप्रेस होंदा है ते आंसर 3 सिग्निफिकेंट फिगर च नहीं आएगा। आंसर नु एक्सप्रेस करन लई मेनू 2 सिग्निफिकेंट फिगर तक रिजल्ट लिखना पड़ेगा। हुन जे मैं एदा मतलब हो गया 3 तक रिजल्ट हैगा या 4 तक रिजल्ट हैगा या 5 तक हैगा, तुहानू चाहिदी है 2 डिजिट। एदा मतलब आपां थर्ड डिजिट ते राउंडिंग ऑफ द रूल लगावांगे। क्या इन्नी गल समझ लगी मेरी? Yes, Yes. sir. Yes, sir. जी सर। एक डेसिमल प्लेस तक लिखना वा, है ना, ਤੇ ਮੈਂ ਜਿਹੜਾ ਨੈਕਸਟ ਡਿਜਿਟ ਆਂਦਾ ਪਿਆ ਇੱਥੇ ਰਾਉਂਡਿੰਗ ਆਫ ਦਾ ਰੂਲ ਲਗਾਵਾਂਗਾ। ਤੇ ਬੱਚੇ ਰਾਉਂਡਿੰਗ ਆਫ ਦੇ ਰੂਲ ਦੇ ਅਕੋਰਡਿੰਗਲੀ ਅਸੀਂ ਇਹ ਕਹਿੰਦੇ ਆ ਜਿਹੜੀ ਡਿਜਿਟ ਨੂੰ ਡ੍ਰੌਪ ਕਰਨ ਲੱਗੇ ਹੋ, ਰਾਉਂਡ ਕਰਨ ਲੱਗੇ ਹੋ, ਹੈ ਨਾ, ਜੇ ਉਹ ਡਿਜਿਟ 5 ਤੋਂ ਸਮਾਲਰ ਹੋਏਗੀ ਤੇ ਦੈਨ ਪ੍ਰੋਸੀਡਿੰਗ ਡਿਜਿਟ, ਉਸ ਤੋਂ ਪਿਛਲੀ ਡਿਜਿਟ ਰਿਮੇਨ ਐਸ ਸੱਚ। यानी ਇਹਦਾ ਆਨਸਰ 7.04 ਦਾ ਰਾਉਂਡ ਆਫ ਕਰਕੇ 7.0 ਰਹਿ ਜੂ। ਕਿੰਨੀ ਗੱਲ ਸਮਝ ਲੱਗੀ? Yes, sir. Yes. ਜਿਹੜੀ ਡਿਜਿਟ ਮੈਂ ਡ੍ਰੌਪ ਕਰ, ਇਹ ਡਿਜਿਟ 5 ਤੋਂ ਜ਼ਿਆਦਾ ਹੋਈ, ਜੇ ਇਹ ਡਿਜਿਟ 5 ਤੋਂ ਜ਼ਿਆਦਾ ਹੋਈ ਫਿਰ ਪਿਛਲੀ ਡਿਜਿਟ ਇੱਕ ਵਧਾ ਦਾਂਗੇ। यानी ਜੇ ਇਹਦੇ 7.06 ਲਿਖਿਆ ਹੁੰਦਾ, 7.07 ਲਿਖਿਆ ਹੁੰਦਾ, फिर इनू राउंड ऑफ करके 7.1 पढ़ना सी। इन्नी गल क्लियर है? Yes, sir. यस सर। ਇਹਦਾ ਮਤਲਬ ਇਹ ਹੋਇਆ, ਠੀਕ ਹੈ ਜੀ, ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੁਸੀਂ ਐਸ ਸੱਚ ਫਾਈਨਲ ਆਨਸਰ ਐਕਸਪ੍ਰੈਸ ਕਰਨਾ ਹੈ ਨਾ, ਉਹਨੂੰ ਐਸ ਸੱਚ ਜਿੰਨੇ ਡਿਜਿਟ ਚ ਆਨਸਰ ਆਇਆ ਉਨਾ ਹੀ ਨਹੀਂ ਲਿਖ ਦੇਣਾ। ਤੁਸੀਂ ਆਪਣੇ ਕੁਐਸਚਨ ਦੀ ਮੇਜ਼ਰਮੈਂਟ ਕਰੋਗੇ ਲੀਸਟ ਸਿਗਨੀਫੀਕੈਂਟ ਡਿਜਿਟ ਕਿਹਦੇ ਵਿੱਚ, ਔਰ ਉਹ ਚ ਵੀ ਅੱਗੇ ਕੰਡੀਸ਼ਨ ਆ ਜਦੋਂ ਲੀਸਟ ਸਿਗਨੀਫੀਕੈਂਟ ਫਿਗਰ ਕਾਊਂਟ ਕਰਨੀਆਂ, ਮੰਨ ਲਓ ਜਸਟ ਵੈਸੇ ਲਿਖ ਰਹੇ ਆ ਇਹਦੇ ਅੰਦਰ ਕਦੀ ਵੈਲਿਊ ਕਿੰਨੀ ਹੁੰਦੀ 2, ਹੁਣ ਇਹਦੇ ਵਿੱਚ ਇੱਕੋ ਸਿਗਨੀਫੀਕੈਂਟ ਫਿਗਰ ਆ, ਠੀਕ ਆ, ਤੇ ਮੈਂ ਕਹਾਂ ਇਹਦਾ ਆਨਸਰ ਕੱਲਾ 7 ਲਿਖ ਦਿਓ, ਉਹ ਗਲਤ ਹੋ ਜਾਏਗਾ। ਕਹਿੰਦਾ 2 ਕੰਡੀਸ਼ਨਾਂ ਚੈੱਕ ਕਰਨੀਆਂ ਹੁੰਦੀਆਂ,
ਪਹਿਲੋਂ ਚੈੱਕ ਕਰਾਂਗੇ ਲੀਸਟ ਸਿਗਨੀਫੀਕੈਂਟ ਫਿਗਰ, ਫਿਰ ਨਾਲ ਇਹ ਵੀ ਚੈੱਕ ਕਰੋਗੇ ਜਿਹੜਾ ਤੁਸੀਂ ਮੇਜ਼ਰਮੈਂਟ ਕੀਤੀ ਆ ਉਹਦੀ ਫਾਰਮ ਜਿਹੜੀ ਕਹ ਲੋ ਕਿ ਵੀ ਤੁਹਾਡੇ ਕੋਲ ਉਹਦਾ ਪੈਟਰਨ ਆ ਹਨਾ, ਉਹ ਚੇਂਜ ਨਹੀਂ ਹੋਣਾ ਚਾਹੀਦਾ। ਮਤਲਬ ਜੇ ਆ ਨੰਬਰ ਮੇਰਾ ਜਿਹੜਾ ਵਾ ਇਹ ਨੰਬਰ ਵਿਦ ਡੈਸੀਮਲ ਆ ਤੇ ਤੁਹਾਡਾ ਆਨਸਰ ਵਿਦ ਡੈਸੀਮਲ ਆਣਾ ਚਾਹੀਦਾ। ਉਹਦੇ ਵਾਸਤੇ ਫਿਰ ਬੇਸ਼ੱਕ ਇੱਕ ਸਿਗਨੀਫੀਕੈਂਟ ਫਿਗਰ ਮੈਨੂੰ ਵਧਾਣੀ ਵੀ ਪੈ ਜਾਵੇ। ਗੱਲ ਸਮਝ ਲੱਗੀ ਜੋ ਦੱਸਦਾ ਪਿਆ? ਸਰ ਮਤਲਬ Yes, 2.0 sir. तो फिर ਹਾਂ ਬਿਲਕੁਲ, ਇਹਦਾ ਮਤਲਬ ਜੇ ਹੁਣ ਇਹਨੂੰ ਮੈਂ ਲਿਖਣਾ ਨਾ ਤੇ ਜੇ ਇੱਥੇ ਕੱਲਾ 2 ਵੀ ਆ, ਇੱਕ ਸਿੰਗਲ ਡਿਜਿਟ ਆ, ਉੱਪਰ ਵਾਲੇ ਚ 3 ਡਿਜਿਟ ਆ, ਪਰ ਉਹ ਵਿਦ ਡੈਸੀਮਲ ਤੇ ਤੁਹਾਡਾ ਆਨਸਰ ਵਿਦ ਡੈਸੀਮਲ ਲਿਖਿਆ ਜਾਏਗਾ। ਯਾਨੀ ਉਸ ਮੂਮੈਂਟ ਤੇ ਬੇਸ਼ੱਕ ਫਿਰ ਅਸੀਂ ਕਹਿੰਦੇ ਦੋ ਸਿਗਨੀਫੀਕੈਂਟ ਫਿਗਰ ਹੋਗੀ, 7.0 ਲਿਖ ਦਿੱਤਾ, 7.0 ਦੇ ਅੰਦਰ ਦੋ ਸਿਗਨੀਫੀਕੈਂਟ ਫਿਗਰ ਆ ਤੇ ਉਹ ਪਹਿਲੇ ਰੂਲ ਦੇ ਅਕੋਰਡਿੰਗਲੀ ਕਿ ਵੀ ਇੱਕੋ ਹੀ ਸਿਗਨੀਫੀਕੈਂਟ ਫਿਗਰ ਚਾਹੀਦੀ, ਉਹ ਰੂਲ ਮੋਡੀਫਾਈ ਹੋ ਜਾਏਗਾ। ਗੱਲ ਸਮਝ ਲੱਗੀ ਜੋ ਦੱਸਦਾ ਪਿਆ? यस सर Yes, sir. ਚੀਜ਼ ਬੱਚੇ ਧਿਆਨ ਚ ਰੱਖਿਓ, ਨੂਮੈਰੀਕਲ ਚ ਲੈਂਥ ਨੂੰ ਬ੍ਰੈਡਥ ਨਾਲ ਮਲਟੀਪਲਾਈ ਕਰਨਾ ਸਿੰਪਲ, ਤੁਹਾਡੀ ਮਲਟੀਪਲੀਕੇਸ਼ਨ ਡਿਵੀਜ਼ਨ ਨਹੀਂ ਕਿਸੇ ਨੇ ਦੇਖਣੀ। ਤੁਹਾਡਾ ਇਹ ਦੇਖਿਆ ਜਾਣਾ ਕਿ ਤੁਸੀਂ ਫਾਈਨਲ ਆਨਸਰ ਐਕਸਪ੍ਰੈਸ ਕਰਨ ਲੱਗੇ ਸਿਗਨੀਫੀਕੈਂਟ ਫਿਗਰ ਦੀ ਕਾਊਂਟਿੰਗ ਤੇ ਰਾਉਂਡਿੰਗ ਆਫ ਦਾ ਰੂਲ ਲਗਾ ਰਹੇ ਹੋ ਕਿ ਨਹੀਂ ਲਗਾ ਰਹੇ। ਉਹਦੇ ਨੰਬਰ ਜਿਹੜੇ ਨੇ ਠੀਕ ਹੈ ਜੀ ਉਹ ਤੁਹਾਡੇ ਨਾਲ ਨੂਮੈਰੀਕਲ ਦੇ ਵਿੱਚ ਯੂਜ਼ ਹੋਣੇ ਆ, ਠੀਕ ਹੈ ਜੀ, ਉਹ ਕਾਊਂਟ ਹੋਣੇ ਆ। ਕਲੀਅਰ ਹੈ ਨੀ ਗੱਲ? यस सर Yes, sir. सर मेरी मीटिंग बीच में डिस्कनेक्ट हो गई थी सर। मेरे को पूछना था ये जो आपने डेल्टा जेड निकाला था, ये बी डेल्टा एल को मल्टीप्लाई करके आपने कैलकुलेट किया है या फिर ऐसे अज्यूम किया था? आ तो लिखिए हम यस सर। की कह रही बेटा सर मैं पूछ रही हूँ कि सर ये आपने अज्यूम किया था या कैलकुलेट किया? ਤੇ ਆ ਵੈਲਿਊ ਆਪਾਂ ਜਸਟ ਵੈਸੇ ਲਿਖੀ ਆ। ਮੈਂ ਪਹਿਲਾਂ ਇਹ ਬੋਲਿਆ ਕਿ ਆ ਆਪਾਂ ਜਦੋਂ ਪ੍ਰੋਪਰ ਕੈਲਕੂਲੇਟ ਕਰ ਲਿਆ, ਆ ਜਸਟ ਇਹਨੂੰ ਆਪਾਂ ਕਿਆ ਸੋਲਵ ਕਰਾਂਗੇ ਉੱਪਰੋਂ ਰੀਡਿੰਗਸ ਲੈ ਕੇ ਤੇ ਇਹਦੀ ਵੈਲਿਊ ਆਪਾਂ ਅਸਿਊਮ ਕਰ ਲਈ ਕਿ ਵੀ ਮੰਨ ਲਓ ਇੰਨੀ ਆ ਰਹੀ ਹੈ, ਸਿਰਫ ਆਨਸਰ ਦੱਸਣ ਵਾਸਤੇ ਕਿ ਇਹਨੂੰ ਆਪਾਂ ਕਿੱਦਾਂ ਯੂਜ਼ ਕਰਦੇ ਹਾਂ। ਕਲੀਅਰ ਹੈ? हाँ जी सर क्लियर है। ਚਲੋ लास्ट वर्ड तो फिर ये हो गया कि आंसर एरिया का आ नहीं आया बेटा जो आपने सामने आंसर में कैसे ਜਦੋਂ ਫਿਰ ਐਕਸਪ੍ਰੈਸ ਕਰਨਾ ਇਸ ਨੰਬਰ ਦੇ ਡਿਜਿਟ ਜਿਹੜੇ ਨੇ ਉਹ ਤੁਸੀਂ ਇਹਦੀ ਮੇਜ਼ਰਮੈਂਟ ਅਕੋਰਡਿੰਗਲੀ ਗਿਣਨੇ ਆ ਤੇ ਇਹ ਚ ਲੋਐਸਟ ਸਿਗਨੀਫੀਕੈਂਟ ਫਿਗਰ 2 ਆ ਹੈਨਾ, ਤੇ ਇਸ ਲਈ ਆਨਸਰ ਤੁਸੀਂ ਦੋ ਸਿਗਨੀਫੀਕੈਂਟ ਫਿਗਰ ਚ ਲਿਖਣਾ। ਦੂਜੀ ਗੱਲ ਜਿਹੜੀ ਐਰਰ ਆ ਉਹ ਵੀ ਮੇਰੇ ਕੋਲ 2 ਡੈਸੀਮਲ ਤੱਕ ਗਈ ਆ, ਜਦਕਿ ਇੱਥੇ ਮੇਰੀ ਐਰਰ ਜਿਹੜੀ ਹੋਏਗੀ ਉਹ ਚ ਇੱਕ ਸਿੰਗਲ ਡਿਜਿਟ ਮੇਰੇ ਕੋਲ ਜਿਹੜਾ ਵਾ ਉਹ ਵਿਦ ਡੈਸੀਮਲ ਆਉਂਦਾ ਪਿਆ। ਇਹਦਾ ਮਤਲਬ ਫਾਈਨਲ ਆਨਸਰ ਆ ਨਹੀਂ ਲਿਖਿਆ ਜਾਏਗਾ, ਫਾਈਨਲ ਆਨਸਰ ਇਹਦਾ ਜਦੋਂ ਲਿਖਾਂਗਾ ਉਹ 7.0 ਪਲੱਸ ਮਾਈਨਸ 0.2 ਰਹਿ ਜਾਏਗਾ। ਕੀ ਆ ਗੱਲ ਸਮਝ ਲੱਗੀ? Yes, sir. ओके सर। ਹਾਂਜੀ सर क्लियर है सर। तो जे आ लास्ट स्टेप ਤੁਸੀਂ ਪਰਫਾਰਮ ਨਹੀਂ ਕਰਦੇ ਸਿਗਨੀਫੀਕੈਂਟ ਫਿਗਰ ਤੇ ਰਾਉਂਡਿੰਗ ਆਫ ਦਾ, ਤੁਹਾਡੇ ਨੰਬਰ ਜਿਹੜੇ ਨੇ ਉਹ ਚੋਂ ਕਟਿੰਗ ਹੋਣੀ ਹੈ ਬੇਟਾ, ਇਹ ਗੱਲ ਯਾਦ ਰੱਖਿਓ। ਜੇ ਇੰਨੀ ਸਾਰੀ ਚੀਜ਼ ਕਲੀਅਰ ਹੈ ਮੈਨੂੰ ਬੋਲੋ, ਫਿਰ ਮੈਂ ਲਾਸਟ ਟੌਪਿਕ ਇਸ ਚੈਪਟਰ ਦਾ ਜਿਹੜਾ ਉਹ ਕੰਪਲੀਟ ਕਰਾਵਾਂ। ਫਿਰ यस सर ਇਹਨੂੰ ਇਰੇਜ਼ ਕਰ ਰਿਹਾ, ਇਹਦੀ ਲੋੜ ਨਹੀਂ, ਇਹ ਜਸਟ ਵੈਸੇ ਐਗਜ਼ਾਮਪਲ ਬਣਾ ਕੇ ਕੀਤਾ, ਇਸ ਲਈ ਦੀ ਫੋਟੋ ਕਲਿੱਕ ਨਹੀਂ ਕਰ ਰਿਹਾ। ਹਾਂਜੀ ਜਿਹੜੇ ਹੁਣ ਤੁਸੀਂ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਵਾਲੇ ਟੌਪਿਕ ਕੀਤੇ ਨਾ ਪੁੱਤ, ਉਹਦੇ ਅੰਦਰ ਅਸੀਂ ਜਦੋਂ ਟਰਮ ਲਿਖ ਰਹੇ ਸੀ ਆਪਾਂ ਇਦਾਂ ਲਿਖੀ z a into b ਜਾਂ z a by b। ਇਹਦਾ ਮਤਲਬ ਗਿਵਨ ਕੁਆਂਟੀਟੀ ਦੀ ਆਪਾਂ ਕੋਈ ਪਾਵਰ ਨਹੀਂ ਕੰਸੀਡਰ ਕੀਤੀ, ਪਾਵਰ 1 ਮੰਨੀ ਆ। ਹੁਣ ਮੈਨੂੰ ਟੌਪਿਕ ਉਹਨੇ ਇਹ ਦੇਣ ਲੱਗਿਆ, ਕਹਿੰਦਾ ਜੀ ਮੰਨ ਲਓ ਤੁਸੀਂ ਵੋਲਿਊਮ ਕੈਲਕੂਲੇਟ ਕਰਨਾ ਸਫੀਅਰ ਦਾ, ਸਫੀਅਰ ਦਾ ਵੋਲਿਊਮ ਹੈਗਾ 4/3 ਪਾਈ r ਕਿਊਬ। ਉਹ ਕਹਿੰਦਾ ਕੈਲਕੂਲੇਟ, ਔਰ ਗਿਵਨ ਮੈਨੂੰ ਕੁਐਸਚਨ ਕੀ ਹੈ ਰੇਡੀਅਸ, ਉਹ ਕਹਿੰਦਾ ਜੀ ਰੇਡੀਅਸ ਹੈਗਾ 1.5 ਪਲੱਸ ਮਾਈਨਸ 0.1। ਇਸ ਦੇ ਨਾਲ ਉਹਨੇ ਮੈਨੂੰ ਇਹ ਕਿਹਾ ਕਿ ਕੈਲਕੂਲੇਟ ਦਾ ਵੋਲਿਊਮ ਵਿਦ ਐਰਰ ਲਿਮਿਟ। ਹੁਣ ਇੱਥੇ ਪੁੱਤ ਜਿਹੜੀ ਗਿਵਨ ਕੁਆਂਟੀਟੀ ਆ ਉਹਦੀ ਪਾਵਰ ਆ, ਜਾਂ ਮੈਂ ਇਹਦੀ ਥਾਂ ਤੇ ਫਾਰਮੂਲਾ ਕੋਈ ਹੋਰ ਲੈ ਲਵਾਂ, ਆਪਾਂ ਇਹਦਾ ਕਹਿੰਦੇ ਨੇ ਸੌਰੀ ਮੰਨ ਲਓ ਮੇਰੇ ਕੋਲ ਵੋਲਿਊਮ ਜਿਹੜਾ ਸਿਲੰਡਰ ਦਾ ਲੈ ਰਿਹਾ, ਸਿਲੰਡਰ ਦਾ ਵੋਲਿਊਮ ਆ ਗਿਆ ਪਾਈ r² h। ਹੁਣ r ਤੇ h ਤੇ ਮਲਟੀਪਲੀਕੇਸ਼ਨ ਚ ਹੈਗੇ ਆ, ਪਰ r ਦਾ ਸਕੁਅਰ ਨਾਲ ਆ, ਯਾਨੀ r ਦੀ ਪਾਵਰ।
ਅਸੀਂ ਪਿੱਛੇ ਪੜਿਆ ਵਾ ਕਿ ਜੇ ਦੋ ਕੁਆਂਟੀਟੀ ਦੀ ਮਲਟੀਪਲੀਕੇਸ਼ਨ ਆ a ਦੀ ਵੀ ਰਿਲੇਟਿਵ ਐਰਰ ਕੱਢ ਲਓ b ਦੀ ਵੀ ਰਿਲੇਟਿਵ ਐਰਰ ਕੱਢ ਲਓ ਹਨਾ ਉਹਨੂੰ ਐਡ ਕਰ ਦਿਓ ਪਰ ਕਹਿੰਦਾ ਜੀ what about ਪਾਵਰ ਜੇ ਮੇਰੀ ਗਿਵਨ ਕੁਆਂਟੀਟੀ ਦੀ ਪਾਵਰ ਕੁਝ ਹੋਵੇ 1 ਤੋਂ ਅਦਰ ਦੈਨ 1 ਹੋਵੇ ਫਿਰ ਉਹਨੂੰ ਸੋਲਵ ਕਰਨ ਦਾ ਕੀ ਮੈਥਡ ਉਹਦੇ ਲਈ ਆਪਣਾ ਨੈਕਸਟ ਟਾਪਿਕ ਬਣੇਗਾ ਇਨੀਕਲ ਕਲੀਅਰ ਤੇ ਮੈਨੂੰ ਬੋਲੋ Yes, sir. हाँ जी सर क्लियर है Yes. ਲਾਸਟ ਟਾਪਿਕ ਆਪਾਂ ਜਿਹੜਾ ਵਾ ਪ੍ਰੋਪੇਗੇਸ਼ਨ ਆਫ ਐਰਰ ਦੇ ਅੰਦਰ ਉਹ ਇਹ ਹੋਏਗਾ when a given quantity have some power then how the error is to be solved ਠੀਕ ਹੈ ਉਹਦੇ ਲਈ ਆਪਣੇ ਕੋਲ ਕਹਿੰਦਾ ਜੀ ਕੰਡੀਸ਼ਨ ਕਿੱਥੋਂ ਬਣਨੀ ਉਹਦੇ ਲਈ ਇੱਕ ਤਾਂ ਸਿੰਪਲ ਮੈਥਡ ਦੱਸ ਰਿਹਾ ਬੇਟਾ ਉਹ ਤੇ ਜਿੰਨੀ ਪਾਵਰ ਆ ਇਹਦਾ ਮਤਲਬ ਉਹ ਟਰਮ ਓਨੀ ਵਾਰੀ ਰਿਪੀਟ ਹੋਈ ਹੈ ਜੇ r ਸਕੁਅਰ ਆ r ਸਕੁਅਰ ਨੂੰ ਮੈਂ r into r ਕਰਕੇ ਪੜ ਲਵਾਂ ਇਹ ਮਤਲਬ ਮੇਰਾ r ਦੋ ਵਾਰੀ ਰਿਪੀਟ ਹੋਇਆ ਇਸ ਲਈ ਮੈਂ ਦੋ ਵਾਰੀ ਉਹਦੀ ਰਿਲੇਟਿਵ ਐਰਰ ਕੰਸੀਡਰ ਕਰਨੀ ਪਰ ਥੋੜਾ ਜਿਹਾ ਇਹਨੂੰ ਲਿਖਣ ਦਾ ਮੈਥਡ ਕੀ ਰਹੇਗਾ ਉਹ ਦੱਸਦਾ ਟੌਪਿਕ ਆਪਣੇ ਬਣ ਜਾਣਾ ਐਰਰ during the power of a given quantity अच्छा मेरे ना दिमाग चों निकल जाना जिन्हां दा पेपर आ सवेरे ऐसा जी एक काम जरूर करियो ठीक है जी इस चैप्टर दे एरर वाले चैप्टर दे प्रदीप वाली बुक दे अकॉर्डिंगली ना लास्ट टिपिकल वाले न्यूमेरिकल देते अनसॉल्व च 3 ਤੋਂ 4 ठीक है वर्नियर कैलिपर स्क्रू गेज इन्हां वर्ड्स ना उत्ते न्यूमेरिकल मिलूगे बेटा ठीक है वो 3-4 न्यूमेरिकल हैगे आ वो जरूर चंगी तरह कर जियो जिन्हां दा कल पेपर ओके ओके सर ठीक है ਉਹਨਾਂ ਵਿੱਚੋਂ ਤੁਹਾਡੇ ਨੂਮੈਰੀਕਲ ਜਿਹੜਾ ਵਾ ਉਹ ਕਈ ਵਾਰੀ ਪੁੱਛਦੇ ਆ ਬੇਟਾ ਠੀਕ ਹੈ ਹੁਣ ਇਸ ਮੂਮੈਂਟ ਦੇ ਇੰਨਾ ਟਾਈਮ ਨਹੀਂ ਹੋਣਾ ਕਿ ਉਹਨੂੰ ਸਾਰਿਆਂ ਨੂੰ ਡਿਸਕਸ ਕਰਾਵਾਂ ਬਟ ਉਹ 3-4 ਨੂਮੈਰੀਕਲ ਵਰਨੀਅਰ ਕੈਲੀਪਰ ਸਕਰੂ ਗੇਜ ਵਾਲੇ ਹੈਗੇ ਆ ਉਹ ਜ਼ਰੂਰ ਟਰਾਈ ਕਰ ਲਿਓ ਇੱਕ ਟਾਈਮ ਪੀਰੀਅਡ ਦਾ ਨੂਮੈਰੀਕਲ ਹੋਏਗਾ ਠੀਕ ਹੈ ਮੈਂ ਫੋਟੋ ਕਲਿੱਕ ਕਰਕੇ ਭੇਜਾਂਗਾ ਥੋੜੀ ਦੇਰ ਦੇ ਅੰਦਰ ਠੀਕ ਹੈ ਉਹ ਜ਼ਰੂਰ ਕਰ ਜੀ ਲਾਸਟ ਟਾਪਿਕ ਇਹਦਾ ਕਵਰ ਕਰਨੇ ਪ੍ਰੋਪੇਗੇਸ਼ਨ ਆਫ ਐਰਰ ਦੇ ਅੰਦਰ कि जे गिवन क्वांटिटी की कुछ पावर है कोनी क्या मतलब जे अपन ऐसा चेतना एक्सप्रेस करिए we know that z equal to a power n z equal to a power n सिंगल टर्म ना बना लिया वो कहना जी जे a कोई मेजरमेंट आ जिदी कुछ पावर आ जदा अपन हुनी गल कीती सी वॉल्यूम होवे वॉल्यूम आंदा 4/3 pi r क्यूब यानी वॉल्यूम r क्यूब दे प्रोपोर्शनल आ इन्नी गल समझ लग रही Yes, sir. ठीक है ओए सुस्त हो गए हैगे सारे जाने Yes, sir. Yes, sir. आगे हैं सर आगे पक्का Yes, हाँ sir. जी सर चलो एक्टिव लो थोड़े अच्छा तो जे हुन इनु क्वांटिटी नु अलोंग विद एरर लिखना ठीक है तो अपन नेक्स्ट लाइन से लिख सकते नाउ z plus minus delta z it should be equal to a plus minus delta a power n इना क्लियर Yes, sir. Yes, sir. Yes, sir. Sir. ਇੱਕੋ ਹੀ ਸਟੈਪ ਇੱਥੇ ਤੁਹਾਡੇ ਸਮਝਣ ਵਾਲਾ ਹੁਣ ਜਦੋਂ ਇੱਥੇ ਆਪਾਂ ਕਿਹਾ ਸੀ ਰਿਲੇਟਿਵ ਫਾਰਮ ਬਣਾਣੀ ਆ ਤੇ ਪੁੱਤ ਰਿਲੇਟਿਵ ਫਾਰਮ ਬਣਾਉਣ ਲਈ ਇਹਨੂੰ z ਨਾਲ ਮਲਟੀਪਲਾਈ z ਨਾਲ ਡਿਵਾਈਡ ਇਧਰ ਕਿੰਨੇ ਨਾਲ ਮਲਟੀਪਲਾਈ ਤੇ ਡਿਵਾਈਡ ਕਰਾਂ ਜੀ A. सोचो सर n और कुछ जे मैं ब्रैकेट दे अंदर a लेके जाना ते मैं क्या पहले a ना डिवाइड करा इनु सर मल्टीप्लाई करेंगे ना नहीं सर समझ ही नहीं आया सर क्या सर a raised to power हाँ बोल मान्या बोल सर a raised to power n इनको तो a raised to power n ना मल्टीप्लाई करो ते इनु a raised to power n ना डिवाइड करो ते अपन ये चीज पढ़ी है जे 5 का स्क्वायर मेरे को 5 पावर 3 होवे इते मेरे को x पावर 3 होवे ते इनु अपन 5 ओवर x की कॉमन पावर तदे बनावांगे ना जे एदी भी पावर ते एदी पावर सेम होवे
हाँ जी Yes. सर ਇਹੀ ਸੇਮ ਚੀਜ਼ ਜੇ ਮੈਂ ਇੱਥੇ ਲਵਾਂ, ਮੈਂ ਇਹਦੇ ਬ੍ਰੈਕਟ ਦੇ ਅੰਦਰ a ਲੈ ਕੇ ਜਾਣਾ ਤੇ ਇਹਨਾਂ ਨੂੰ ਜੇ ਇੱਥੇ ਇਹਦੇ ਅੰਦਰ ਲੈ ਕੇ ਜਾਣਾ ਤੇ ਇਹਨਾਂ ਦੋਨਾਂ ਦੀ ਪਹਿਲਾਂ ਪਾਵਰ ਕਾਮਨ ਕਰਾਂ, ਇਸ ਲਈ ਇਹਨੂੰ a ਰੇਜ਼ ਟੂ ਪਾਵਰ n ਨਾਲ ਮਲਟੀਪਲਾਈ ਤੇ a ਰੇਜ਼ ਟੂ ਪਾਵਰ n ਨਾਲ ਡਿਵਾਈਡ ਕਰ ਦੋ। ਹੁਣ ਇਹਨਾਂ ਦੋਨਾਂ ਦੀ ਪਾਵਰ ਸੇਮ ਆ ਤੇ ਦੈਨ we can write a plus minus delta a over a ਇਸ ਸਾਰੇ ਦੀ ਪਾਵਰ n। क्या स्टेप समझ आ गया? Yes, हाँ sir. जी Yes, sir. ਚਲੋ ਹੁਣ ਇੱਕ ਵਾਰੀ ਇਹ ਇਹਦੇ ਨੀਚੇ ਔਰ ਇੱਕ ਵਾਰੀ ਇਹ ਇਹਦੇ ਨੀਚੇ ਐਡਜਸਟ ਕਰ ਲਓ, ਰਿਲੇਟਿਵ ਫਾਰਮ ਬਣਨੀ ਸ਼ੁਰੂ ਹੋ ਜਾਏਗੀ। ਇਧਰ ਇਹਨੂੰ z ਨਾਲ ਮਲਟੀਪਲਾਈ ਕਰ ਦਈਏ, ਠੀਕ ਹੈ। ਨੈਕਸਟ ਲਾਈਨ ਚ ਕਰ ਦੇਵੇਂ z ਨਾਲ ਮਲਟੀਪਲਾਈ z ਨਾਲ ਡਿਵਾਈਡ, ਇਹਨਾਂ ਆ ਜਾਏਗਾ। ਔਰ ਇਸ ਸਾਈਡ ਤੇ ਮੇਰੇ ਕੋਲ ਜਿਹੜਾ ਵਾ a ਰੇਜ਼ ਟੂ ਪਾਵਰ n ਜਿਹੜਾ ਵਾ ਇਹਨੂੰ ਅਸੀਂ z ਰਿਪਰੈਜ਼ੈਂਟ ਕਰ ਸਕਦੇ ਹਾਂ। ਇਹ ਇੱਥੇ ਮੇਰੇ ਕੋਲ ਆ ਗਿਆ z into 1 plus minus delta a by a power n। क्या स्टेप समझ लग गया जी? Yes, sir. Yes, sir. z ना z हाँ जी कैंसिल सर ये करो, अपनी टर्म बन गई 1 plus minus delta z by z equal to 1 plus minus delta a by a power n। देखो ਜਦੋਂ ਗਲਤੀ ਹੋਣੀ ਨਾ ਇਸ ਟੌਪਿਕ ਦੇ ਅੰਦਰ ਪਾਵਰ ਵਾਲੇ ਚ, ਉਹ ਇਸ ਪਹਿਲੇ ਸਟੈਪ ਚ ਹੋਣੀ ਆ, ਉਹਦਾ ਧਿਆਨ ਰੱਖ ਕੇ ਜ਼ਰੂਰ ਚੱਲਿਓ। ਹੁਣ ਇੱਥੇ ਮੈਂ ਪਾਵਰ ਐਡਜਸਟ ਕਰਨੀ, ਪਾਵਰ ਐਡਜਸਟ ਕਿੰਨਾ ਹੁੰਦੀ Binomial theorem. ਬਾਇਨੋਮੀਅਲ। I know. ਹੁਣ ਦੇਖੋ ਬਾਇਨੋਮੀਅਲ ਵਾਸਤੇ ਕੰਡੀਸ਼ਨ ਕੀ ਸੀ 1 x ਪਾਵਰ n ਤੇ x 1 ਤੋਂ ਛੋਟਾ ਹੋਣਾ ਚਾਹੀਦਾ, ਫਿਰ n ਆ ਕੇ ਉਹਨਾਂ ਮਲਟੀਪਲਾਈ ਹੁੰਦਾ ਤੇ ਆਪਣਾ ਆ ਟਰਮ ਜਿਹੜੀ ਆ ਇਹ 1 ਤੋਂ ਸਮਾਲਰ ਹੈਗੀ ਆ ਡੈਲਟਾ a by a। ਇਹਦਾ ਮਤਲਬ ਇਹਨੂੰ ਲਿਖ ਦਈਏ ਅਪਲਾਈ बाइनोमियल थ्योरम, ठीक है। 1 plus x power n can be written equal to 1 plus nx और एक कंडीशन ओवो लाई if x is less than 1, सेम वर्ड ऊपर ले जाओ, अपने को टर्म बन गई 1 plus minus delta z by z equal to 1 plus minus n time delta a by a। ਤੇ ਬੱਚੇ ਇਹਦੀ ਬ੍ਰੈਕਟ ਓਪਨ ਕਰ ਦਿਓ, 1 ਨਾਲ 1 ਕੈਨਸਲ ਹੋ ਜਾਏਗਾ। ਇੱਥੇ ਦੋ ਪੋਸੀਬਲ ਐਰਰ ਬਣੀਆਂ, ਇੱਕ ਵਾਰੀ ਪੋਜ਼ਿਟਿਵ ਇੱਕ ਵਾਰੀ ਨੈਗੇਟਿਵ, ਠੀਕ ਹੈ। ਤੇ ਅਸੀਂ ਮੈਕਸਿਮਮ ਐਰਰ ਪੋਜ਼ਿਟਿਵ ਵਾਲੀ ਗਿਣ ਜਾਂਦੇ ਹਾਂ, ਇਸ ਲਈ ਪਲੱਸ ਮਾਈਨਸ ਡੈਲਟਾ z by z ਇਕੁਅਲ ਟੂ ਪਲੱਸ n ਡੈਲਟਾ a by a। क्या आ रिजल्ट क्लियर है जी? Yes, sir. हाँ Yes, जी sir. सर Yes, sir. Yes, sir. एग्जांपल ਦੱਸਣ ਲੱਗਿਆ, ਸਮਝ ਲਿਓ ਗੱਲ ਨੂੰ ਧਿਆਨ ਨਾਲ। ਆਪਾਂ ਹੁਣੇ ਗੱਲ ਕੀਤੀ ਸੀਗੀ, ਉਹਨੇ ਕਿਹਾ ਜੀ ਰੇਡੀਅਸ ਹੈਗਾ 2.2 ਪਲੱਸ ਮਾਈਨਸ 0.1 ਮੀਟਰ। ਕਿਸੇ ਸਫੀਅਰ ਦਾ ਰੇਡੀਅਸ ਦੱਸ ਦਿੱਤਾ, ਉਹਨੇ ਕਿਹਾ ਜੀ ਕੈਲਕੂਲੇਟ ਵੋਲਿਊਮ ਵਿਦ ਐਰਰ। ਹੁਣ ਆਪਣੇ ਕੋਲ ਸਫੀਅਰ ਦਾ ਵੋਲਿਊਮ ਕੱਢਣਾ ਤੇ ਵੀ ਨੋ ਦੈਟ ਵੋਲਿਊਮ ਦਾ ਫਾਰਮੂਲਾ ਕੀ ਹੋ ਗਿਆ 4/3 pi r cube. 4/3 ਪਾਈ r ਕਿਊਬ। ਹੁਣ ਪੁੱਤ ਜੇ ਮੈਂ ਇਹ ਗੱਲ ਸਮਝਿਆ ਧਿਆਨ ਨਾਲ, ਤੁਹਾਡੇ ਕੋਲ ਸਮਝਣ ਵਾਲੇ ਵਰਡ ਹੈਗੇ ਬੇਟਾ। ਹੁਣ ਬੱਚੇ ਜਦੋਂ ਮੈਂ ਵੋਲਿਊਮ ਕੱਢਣਾ ਹੈ ਨਾ, ਤੇ ਆਪਾਂ ਇੱਥੇ ਕੀ ਕਰਾਂਗੇ v equal to 4/3 ਪਾਈ r ਦੀ ਵੈਲਿਊ 2.2 ਦਾ ਕਿਊਬ। ਇਹਨੂੰ ਸਾਰੇ ਨੂੰ ਸੋਲਵ ਕਰਕੇ ਮੰਨ ਲਓ ਮੇਰੇ ਕੋਲ ਵੈਲਿਊ ਜਿਹੜੀ ਆ ਉਹ 3.456 ਕੁਛ ਇਹਦਾ ਆ ਗਈ। ਤੁਸੀਂ ਫਾਈਨਲ ਆਨਸਰ ਜਦੋਂ ਲਿਖਣਾ ਆ ਸਿਗਨੀਫੀਕੈਂਟ ਫਿਗਰ ਦੇ ਅਕੋਰਡਿੰਗਲੀ ਲਿਖਣਾ। ਗੱਲ ਸਮਝ ਲੱਗੀ? Yes, Yes, sir. ਦੂਜੀ ਗੱਲ ਮੰਨ ਲਓ ਆ ਵੈਲਿਊ ਆਈ ਸੀ ਆਪਣੇ ਕੋਲ। ਦੂਜੀ ਗੱਲ ਬੇਟਾ ਉਹ ਤਾਂ ਹੁਣ ਸਮਝ ਲਿਓ ਗੱਲ ਧਿਆਨ ਨਾਲ, ਜਦੋਂ ਬੱਚੇ ਆਪਾਂ ਐਰਰ ਕੱਢਣੀ ਆ, ਹੁਣ ਇਸ ਸੱਚ ਇਥੋਂ ਐਰਰ ਜਿਹੜੀ ਆ 4/3 ਤੇ ਪਾਈ 4/3 ਤੇ ਪਾਈ ਇਹ ਮੇਰੀ ਸਟੈਂਡਰਡ ਵੈਲਿਊ ਆ, ਇਹ ਮੇਰਾ ਐਗਜ਼ੈਕਟ ਨੰਬਰ ਆ, ਠੀਕ ਹੈ। ਇਹਦਾ ਮਤਲਬ ਆ ਇਸ ਨੰਬਰ ਨੂੰ ਅਸੀਂ ਮੇਜਰ ਨਹੀਂ ਕੀਤਾ। ਐਰਰ ਹਮੇਸ਼ਾ ਉਸ ਕੁਆਂਟੀਟੀ ਚ ਆਉਂਦੀ ਆ ਜਿਹਦੀ ਮੇਜ਼ਰਮੈਂਟ ਹੋਏਗੀ। ਕਿ 4/3 ਤੇ ਪਾਈ ਇਹਨੂੰ ਅਸੀਂ ਮੇਜ਼ਰ ਕਰਦੇ ਪਏ? No, sir. No, sir. ਹੈ ਨਾ, ਮੇਜ਼ਰਮੈਂਟ ਇੱਥੇ r ਦੀ ਹੋਈ ਆ। ਤੇ ਇਸ ਲਈ ਪੁੱਤ ਜਦੋਂ ਇਹਦੀ ਐਰਰ ਲਿਖਾਂਗੇ ਨਾ, ਐਰਰ ਲਿਖਣ ਵਾਸਤੇ ਵਰਡ ਹੋਏਗਾ ਡੈਲਟਾ v by v ਇਕੁਅਲ ਟੂ ਡੈਲਟਾ r by r। ਔਰ ਇਥੋਂ ਮੈਨੂੰ ਰਿਜ਼ਲਟ ਇੱਕ ਮਿਲਿਆ ਵਾ ਕਿ ਜਿੰਨੀ ਪਾਵਰ ਗਿਵਨ ਕੁਆਂਟੀਟੀ ਦੀ ਹੁੰਦੀ ਆ, ਇਹਦੀ ਰਿਲੇਟਿਵ ਐਰਰ ਲਿਖ ਕੇ ਉਨੀ ਪਾਵਰ ਨਾਲ ਇਸ ਰਿਲੇਟਿਵ ਐਰਰ ਨੂੰ ਮਲਟੀਪਲਾਈ ਕਰ ਦਿਓ। ਇਹੀ ਵਰਡ ਇੱਥੇ ਲਵਾਂਗਾ, ਇੱਥੇ r ਪਾਵਰ ਕੀ ਆ
है ना ਇਹਦਾ ਮਤਲਬ 3 ਦੇ ਨਾਲ ਇਹਨੂੰ ਕੀ ਕਰਦੇ ਹੋ ਜੀ ਮਲਟੀਪਲਾਈ multiply. क्या आ गल समझ लगी Yes, sir. Yes, sir. ਇਹਦਾ ਮਤਲਬ ਜੇ ਮੈਂ ਡੈਲਟਾ b/b ਕੱਢਣਾ ਉਤਨੀ ਟਾਈਮ ਡੈਲਟਾ r/r ਆ ਗਈ ਜੇ ਮੈਨੂੰ ਇਹ ਪਰਸੈਂਟੇਜ ਐਰਰ ਕਹਿ ਦੂਗਾ ਹਨਾ ਤਾਂ ਇਨਟੂ 100% ਹੋਰ ਇਹਦੇ ਨਾਲ ਆਣਾ ਸਮਝ ਆਈ ਗੱਲ Yes, sir. ਇੱਕ ਨੁਮੈਰੀਕਲ ਜਲਦੀ ਜਲਦੀ ਹੋਰ ਕਰਾਂਗੇ ਮੰਨ ਲਓ ਮੈंने ਇੱਕ ਨੁਮੈਰੀਕਲ ਦਿੱਤਾ x = a² b³ over c into root d वो कहना जी मेरे को कोई क्वांटिटी अर्शिया माइक बंद कर लो बेटा x ਦੀ ਵੈਲਿਊ ਇਹਨੇ ਦਿੱਤੀ ਆ ਉਹ ਕਹਿੰਦਾ ਜੀ a ਦੇ ਪਰਸੈਂਟੇਜ ਐਰਰ 1% ਆ b ਦੀ ਪਰਸੈਂਟੇਜ ਐਰਰ 3% ਆ c ਦੇ ਵਿੱਚ ਪਰਸੈਂਟੇਜ ਐਰਰ 4% ਆ d ਦੇ ਵਿੱਚ ਪਰਸੈਂਟੇਜ ਐਰਰ 6% ਜੋ ਮਰਜ਼ੀ ਬੋਲ ਕਹਿੰਦਾ ਕੈਲਕੂਲੇਟ ਦਾ ਪਰਸੈਂਟੇਜ ਐਰਰ ਇਨ x x ਦੀ ਪਰਸੈਂਟੇਜ ਐਰਰ ਕੱਢਣ ਨੂੰ ਕਹੀ ਹੈ ਤੇ ਪਰਸੈਂਟੇਜ ਐਰਰ ਦਾ ਮਤਲਬ ਆ x ਦੀ ਪਹਿਲਾਂ ਰਿਲੇਟਿਵ ਐਰਰ ਲਿਖ ਦਿਓ ਆ ਯਾਦ ਵੀ याद भी पूछना बेटा कुछ नो सर वो गलती से हो गया था जे x की मैं परसेंटेज एरर लिखनी है ते x की परसेंटेज एरर आ गई डेल्टा x by x into 100% ठीक है आ मैं कैलकुलेट कर दी ते बच्चे आ जिन्नियां मेरियां टर्म्स ने ये आपस की हो रही हैं Multiply. मल्टीप्लाई एंड डिवाइड ते मल्टीप्लाई ते डिवाइड वास्ते कॉमन रूल आ कि भी हर इंडिविजुअल टर्म दी रिलेटिव एरर लेके ਉਹਨਾਂ ਨੂੰ ਐਡ ਕਰੋ ਤੇ ਟੋਟਲ ਰਿਲੇਟਿਵ ਐਰਰ ਆ ਜਾਏ ਤੇ ਜਿੰਨੀ ਟੋਟਲ ਰਿਲੇਟਿਵ ਐਰਰ ਆਏਗੀ ਉਹਨੂੰ ਇਨਟੂ 100% ਕਰ ਦਿਓ ਤੇ ਮੇਰੀ ਪਰਸੈਂਟੇਜ ਐਰਰ ਆ ਜਾਊ ਇਹਦਾ ਮਤਲਬ ਜੇ ਮੈਂ ਇਸ ਨੂਮੈਰੀਕਲ ਨੂੰ ਸੋਲਵ ਕਰਨਾ ਤੇ ਮੇਰੇ ਕੋਲ ਰਿਜ਼ਲਟ ਹੋਏਗਾ ਡੈਲਟਾ x/x ਇਨਟੂ 100% ਇਕੁਅਲ ਟੂ a ਦੀ ਪਰਸੈਂਟੇਜ ਐਰਰ ਲਿਖ ਦਿਓ a ਦੀ ਪਰਸੈਂਟੇਜ ਐਰਰ ਦਾ ਮਤਲਬ ਆ ਡੈਲਟਾ a/a ਇਨਟੂ 100% ਔਰ ਜਿੰਨੀ ਪਾਵਰ ਹੁੰਦੀ ਆ ਉਹ ਅਸੀਂ ਇੱਥੇ ਦੱਸ ਕੇ ਤੇ ਜਿੰਨੀ ਪਾਵਰ ਆ ਉਹ ਇਹਦੇ ਨਾਲ ਮਲਟੀਪਲਾਈ ਹੋ ਜੂ क्या a ਦੀ ਪਰਸੈਂਟੇਜ ਐਰਰ ਸਮਝ ਆਈ Yes, Yes, sir. ਪਲੱਸ ਕਰਨਾ ਆਪਣੇ ਵਿੱਚ ਕਿਨੂੰ ਕਹਿੰਦਾ ਜੀ 3 ਟਾਈਮ ਡੈਲਟਾ b/b ਮੈਂ ਹੁਣ 100% ਚੁੱਕਣ ਲੱਗਿਆ ਇਨਟੂ 100% ਲਾਸਟ ਇੱਕੋ ਵਾਰੀ ਲਾ ਦਾਂਗੇ ਠੀਕ ਹੈ ਇੱਥੇ ਸਾਰੇ ਨਾਲ ਨਹੀਂ ਲਾਵਾਂਗੇ ਪਲੱਸ ਆ ਗਿਆ c ਦੀ ਪਾਵਰ 1 ਆ ਹੁਣ ਇਹ ਨਾ ਕਰਿਓ ਉੱਪਰ ਜਾ ਕੇ ਪਾਵਰ ਮਾਈਨਸ ਹੋ ਗਈ ਤੇ ਮੈਂ ਕਹਾਂ ਜੀ ਇੱਥੇ -1 ਇਨਟੂ ਡੈਲਟਾ c/c ਲਿਖ ਦੋ ਆ ਗਲਤ ਹੋਏਗਾ ਅਸੀਂ ਰਿਜ਼ਲਟ ਬਣਾ ਕੇ ਆਏ ਆ ਕਿ ਕੁਆਂਟੀਟੀ ਨਾਲ ਕੁਆਂਟੀਟੀ ਡਿਵਾਈਡ ਕਰੀਏ ਜਾਂ ਮਲਟੀਪਲਾਈ ਕਰੀਏ ਐਰਰ ਉਹਨਾਂ ਦੀ ਐਡ ਹੁੰਦੀ ਹੈ ਗੱਲ ਸਮਝ ਲੱਗੀ ਜੋ ਬੋਲ ਰਿਹਾ Yes, sir. ਇਹਦਾ ਮਤਲਬ a ਦੀ ਪਾਵਰ 1 ਆ ਤੇ ਇੱਥੇ ਪਲੱਸ ਹੀ ਰਹਿਣਾ ਇਹ ਮਾਈਨਸ ਨਹੀਂ ਹੋ ਸਕਦਾ b ਦੀ ਪਾਵਰ ਕਿੰਨੀ ਹੈ ਜੀ So 1/2. -half. ਇਹ ਕੋਈ ਗੱਲ ਮੈਂ ਹੁਣ ਕਿਹਾ ਮਾਈਨਸ ਜੇ ਮਾਈਨਸ ਨਹੀਂ ਆਣੀ ਤੁਹਾਡੀ ਟਰਮ ਜਿਹੜੀ ਡਿਵਾਈਡ ਹੋਵੇ ਜਾਂ ਮਲਟੀਪਲਾਈ ਐਰਰ ਐਡ ਕਰਕੇ ਨਿਕਲਦੀ ਆ ਇਹ ਮੈਂ d ਪਾਵਰ 1/2 ਆ ਇੱਥੇ 1/2 ਆਊਗਾ ਮਾਈਨਸ ਨਹੀਂ ਆਣਾ ਇੱਥੇ ਕੋਈ ਵੀ ਗੱਲ ਸਮਝ ਆਈ Yes, sir. Yes, sir. सो 1/2 into delta d/d और इस सारी टर्म ਨੂੰ into 100% ਆਪਾਂ ਇੱਥੇ ਇਕੱਠਾ ਲਾ ਲਈਏ ਹੁਣ ਉਹਨੇ ਮੇਰੇ ਨੂਮੈਰੀਕਲ ਚ ਕਿਹਾ a ਦੀ ਪਰਸੈਂਟੇਜ ਐਰਰ ਮੰਨ ਲਓ 1% ਆ ਇਹਦਾ ਮਤਲਬ ਮੈਂ ਇਦਾਂ ਲਿਖਾਂਗਾ delta x/x into 100% equal to ठीक है 2 टाइम डेल्टा a/a into 100% ਇਹਨੂੰ ਮੈਂ ਪਰਸੈਂਟੇਜ ਐਰਰ ਇਨ ਜਿੱਦਾਂ ਆ ਕਹਿ ਰਿਹਾ into 100% ਪੜਾ ਤੇ ਆ ਜਿੰਨੀ ਟਰਮ ਨੂੰ ਸਰਕਲ ਕਰਦਾ ਪਿਆ ਇਹਨੂੰ ਕੀ ਨਾਮ ਦਵਾਂ ਇਹ ਕੀ ਚੀਜ਼ ਆ Percentage error. Percentage error. in a ਹੈ ਨਾ ਇਹਦੀ ਵੈਲਿਊ ਮੰਨ ਲਓ ਨੂਮੈਰੀਕਲ ਚ ਉਹਨੇ ਕਹੀ 1% ਆ ਆਵੇ ਇਹਨਾਂ ਦੇ 1% ਪਾ ਲਾਂਗੇ b ਦੇ ਅੰਦਰ ਮੰਨ ਲਓ ਉਹਨੇ ਮੈਨੂੰ ਕਹਿਤਾ ਜੀ ਪਰਸੈਂਟੇਜ ਐਰਰ 2% ਆ प्लस ਇਹਦੀ ਉਹਨੇ ਮੈਨੂੰ ਅੱਗੇ ਕਹਿਤਾ c ਦੀ ਪਰਸੈਂਟੇਜ ਐਰਰ ਜਿਹੜੀ ਆ ਮੰਨ ਲਓ ਕਹਿੰਦਾ ਜੀ ਮੇਰੇ ਕੋਲ s ਚ 2% ਆ d ਦੇ ਅੰਦਰ ਪਰਸੈਂਟੇਜ ਐਰਰ ਮੰਨ ਲਓ 4% ਆ ਜੋ ਮਰਜ਼ੀ ਬੋਲ ਦੋ 1/2 into 4% ਆ ਸਾਰਾ ਸੋਲਵ ਕਰ ਲਓ ਇਹ ਮੇਰੀ x ਦੀ ਟੋਟਲ ਪਰਸੈਂਟੇਜ ਐਰਰ ਆ ਚੁੱਕੀ ਹੈ ਇੰਨੀ ਗੱਲ ਸਮਝ ਲੱਗੀ Yes, sir. Yes, sir. Yes. ਥੋੜਾ ਜਿਹਾ ਆਪਾਂ ਨਾਰਮਲ ਨਾਲੋਂ ਤੇਜ਼ ਚੱਲੇ ਬੇਟਾ ਟੌਪਿਕ ਨੂੰ ਕੰਪਲੀਟ ਕਰਨ ਲਈ ਇੱਕੋ ਟਰਮ ਰਹਿ ਗਈ ਐਕੂਰੇਸੀ ਐਂਡ ਪ੍ਰੀਸੀਜ਼ਨ
ठीक है। कल वाली क्लास दे विच मैथड भी डिस्कस करांगे जिहड़े पेंडिंग हो गए अपने 1C वाले, ते प्लस इहदा जिहड़ा एक्यूरेसी ते प्रीसीजन वाली टर्म आ वो एक्सप्लेन करांगा। ओके जी, Yes, ओके sir. सर।